ਬੇਸ਼ੁਮਾਰ ਅਥਾਹ ਅਗੰਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਦੂਜਾ। ਕਿਸਹੀ ਕੋਈ ਕੋਇ ਮਨ ਨਿਮਾਣੀ ਇਕ ਤੂੰ ਕਿਉ ਨਾ ਮਰੀ ਜੈ ਰੋਏ ਜਾ ਲਗ ਚਿਤ ਨ ਆਵਹੀ। ਕਿਸਹੀ ਕੋਈ ਕੋਇ ਮਨ ਨਿਮਾਣੀ ਇਕ ਤੂੰ ਕਿਉ ਨਾ ਮਰੀ ਜੈ ਰੋਏ ਜਾ ਲਗ ਚਿਤ ਨ ਆਵਹੀ। ਮਹੱਲਾ ਦੂਜਾ। ਜਾ ਸੁਖ ਤਾਂ ਸੋਹਰਾਵਿਓ ਦੁਖ ਭੀ ਸੰਭਾਲਿਓ ਏ। ਨਾਨਕ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਏ। ਪੌੜੀ ਹਉ ਕਿਆ ਸਾਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ। ਤੂੰ ਅਗੰਮ ਦਿਆਲ ਅਗੰਮ ਹੈ ਆਪ ਲਹਿ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ। ਜੋ ਤੇਰੀ ਸਰਨਾਗਤੀ ਤਿਨ ਲੈਹਿ ਛਡਾਈ। ਨਾਨਕ ਵੇ ਪਰਵਾਹੁ ਹੈ ਤਿਸ ਤਿਲ ਨਾ ਤਮਾਈ। ਜੋ ਤੇਰੀ ਸਰਨਾਗਤੀ ਤਿਨ ਲੈਹਿ ਛਡਾਈ। ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤਮਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਬੀਬੀ ਨਾਨਕੀ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਆਪ ਸੰਗਤ ਸਤਿਗੁਰੂ ਮਹਾਰਾਜ ਵੱਲੋਂ ਦਿੱਤੀ ਗਈ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਉਪਦੇਸ਼ ਦੇ ਰਾਹੀਂ
ਅੰਮ੍ਰਿਤ ਵੇਲੇ ਤਖਤਾਂ ਤੇ ਬਿਰਾਜਮਾਨ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਜੋ ਅੱਜ ਪਾਵਨ ਉਪਦੇਸ਼ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਅੱਜ ਦੇ ਇਹ ਪਾਵਨ ਬਚਨ ਸੂਹੀ ਰਾਗ ਦੀ ਵਾਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਇਸ ਵਾਰ ਦੇ ਉਚਾਰਨ ਕਰਤਾ ਹਨ। ਇਸ ਵਾਰ ਦੀ ਜਿਹੜੀ ਹੈ ਇਹ 20 ਨੰਬਰ ਪੌੜੀ ਹੈ ਤੇ ਇਸ ਦੇ ਨਾਲ 2 ਸ਼ਲੋਕ ਸਤਿਗੁਰੂ ਮਹਾਰਾਜ ਜੀ ਨੇ ਅੰਕਿਤ ਕੀਤੇ ਨੇ। ਯਾਦ ਰੱਖਣਾ ਕਿ ਵਾਰ ਜਿਹੜੀ ਹੈ ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੈ, ਭਾਵ ਕਿ ਇਸ ਵਾਰ ਦੀਆਂ ਜਿਤਨੀਆਂ ਪੌੜੀਆਂ ਨੇ ਉਹਨਾਂ ਸਾਰੀਆਂ ਪੌੜੀਆਂ ਦੇ ਉਚਾਰਨ ਕਰਤਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਸਰੇ ਗੁਰਦੇਵ ਪਾਤਸ਼ਾਹ ਹਨ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਤੇ ਇਸ ਅੱਜ ਦੇ ਹੁਕਮਨਾਮੇ ਦੇ ਨਾਲ 2 ਸ਼ਲੋਕ ਜਿਹੜੇ ਨੇ ਉਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 791 ਦੇ ਉੱਪਰ ਅੱਜ ਦੇ ਇਹ ਪਾਵਨ ਬਚਨ ਜਿਹੜੇ ਨੇ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ। ਆਓ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਕਰੀਏ। ਅਦਬ ਪਿਆਰ ਸਤਿਕਾਰ ਸਹਿਤ ਰਸਨਾ ਨੂੰ ਕਰੋ ਪਵਿੱਤਰ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਡਾ ਆਇਆ ਸਫਲਾ ਹੋਵੇ। ਪਿਆਰ ਸਤਿਕਾਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲੇ ਸ਼ਲੋਕ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਸਹੀ ਕੋਈ ਕੋਏ ਮੰਝ ਨਿਮਾਨੀ ਇੱਕ ਤੋਂ। ਇਸ ਦੇ ਆਖਰੀ ਅਰਥ ਜਿਹੜੇ ਨੇ ਉਹ ਐਵੇਂ ਹਨ ਕਿ ਕਿਸੇ ਦਾ ਕੋਈ ਸਹਾਰਾ ਆਸਰਾ ਹੋ ਸਕਦਾ ਹੈ, ਕਿਸੇ ਦਾ ਕੋਈ ਸਹਾਰਾ ਆਸਰਾ ਹੋ ਸਕਦਾ ਹੈ। ਤੇ ਮੰਝ ਦੇ ਭਾਵ ਨੇ ਕਿ ਮੇਰਾ, ਮੰਝ ਨਿਮਾਨੀ ਮੈਂ ਨਿਮਾਨੀ ਦਾ ਜੇਕਰ ਕੋਈ ਆਸਰਾ ਹੈ ਤੇ ਉਹ ਇੱਕ ਤੂੰ ਹੀ ਹੈ, ਤੇਰੇ ਤੋਂ ਬਗੈਰ ਮੇਰਾ ਕੋਈ ਆਸਰਾ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਪਾਵਨ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਿਰਪਾ ਵੀ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ। ਮਹਾਰਾਜ ਕਹਿੰਦੇ ਨੇ ਕਿ ਇਨਸਾਨ ਜਿਹੜਾ ਹੈ ਨਾ ਉਹ ਸੰਸਾਰ ਦੇ ਵਿੱਚ ਆਸਰੇ ਤੱਕਦਾ ਹੈ ਤੇ ਆਸਰੇ ਇਸ ਕਰਕੇ ਤੱਕਦਾ ਹੈ ਕਿ ਜਦੋਂ ਕਿਤੇ ਸਮਾਂ ਬਣੇ ਤੇ ਮੇਰੇ ਇਹ ਆਸਰੇ ਜਿਹੜੇ ਨੇ ਮੇਰੇ ਆਸਤੇ ਸਹਾਈ ਹੋ ਸਕਣ। ਮਹਾਰਾਜ ਆਖਦੇ ਨੇ ਹਮ ਹਾਰਸਿਓ ਧੜਾ ਕੀਆ ਮੇਰੀ ਹਰ ਟੇਕ। ਮੈਂ ਪਰਮਾਤਮਾ ਵਾਹਿਗੁਰੂ ਦੇ ਨਾਲ ਧੜਾ ਕੀਤਾ ਹੈ, ਭਾਵ ਕਿ ਮੈਂ ਇੱਕੋ ਹੀ ਆਸਰਾ ਵਾਹਿਗੁਰੂ ਜੀ ਦਾ ਤੱਕਿਆ ਹੈ। ਮੈਂ ਦੂਸਰੇ ਆਸਰੇ ਜਿਹੜੇ ਨੇ ਉਹ ਛੱਡੇ ਹੋਏ ਹਨ। ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਸਤਾਰ ਜਿਹੜੀ ਸੀ, ਗੁਰਿਆਈ ਜਿਹੜੀ ਸੀ, ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ ਦਿੱਤੀ। ਤੇ ਵੱਡੇ ਭਰਾ ਜਿਹੜੇ ਸਨ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਨੇ ਉਸੇ ਹੀ ਦਿਨ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨਾਲ ਈਰਖਾ ਕਰਨੀ ਸ਼ੁਰੂ ਕੀਤੀ। ਬਹੁਤ ਕੁਝ ਕੀਤਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਿਹੜਾ ਸਾਰਾ ਪ੍ਰਬੰਧ ਹੈ ਇਹ ਮੈਨੂੰ ਮਿਲ ਜਾਏ, ਗੁਰਤਾ ਗੱਦੀ ਦੇ ਉੱਤੇ ਮੈਂ ਬੈਠ ਜਾਵਾਂ। ਸੋ ਸਤਿਗੁਰੂ ਮਹਾਰਾਜ ਜੀ ਦੇ ਨਾਲ ਈਰਖਾ ਕਰਦਿਆਂ ਜਦੋਂ ਕੋਈ ਵੀ ਹੀਲਾ ਵਸੀਲਾ ਪ੍ਰਿਥੀ ਚੰਦ ਦਾ ਨਾਂ ਚੱਲਿਆ ਤੇ ਫਿਰ ਪ੍ਰਿਥੀ ਚੰਦ ਨੇ ਜਿਹੜਾ ਸੀ ਸਭ ਤੋਂ ਪਹਿਲਾਂ ਸੁਰਬੀ ਖਾਨ ਨੂੰ ਉਹਨੂੰ ਪੈਸੇ ਦਿੱਤੇ। ਇਹ ਮੁਸਲਮਾਨ ਜਰਨੈਲ ਹੈ ਤੇ ਉਹਨੂੰ ਇਹ ਗੱਲ ਆਖੀ ਸੀ ਕਿ ਪੈਸੇ ਜਿੰਨੇ ਕਵੇਂਗਾ ਮੈਂ ਤੈਨੂੰ ਹੋਰ ਵੀ ਦਵਾਂਗਾ, ਪਰ ਇੱਕ ਗੱਲ ਯਾਦ ਰੱਖੀ, ਜੇ ਤਾਂ ਤੂੰ ਮੇਰੇ ਭਰਾ ਨੂੰ ਕਤਲ ਕਰ ਦੇਵੇਂ ਜਾਂ ਫੜ ਕੇ ਲੈ ਜਾਵੇਂ ਤੇ ਮੈਂ ਤੇਰਾ ਬਹੁਤ ਧਨ ਦੇ ਨਾਲ ਤੇਰਾ ਘਰ ਭਰ ਦੇਵਾਂਗਾ। ਸੁਰਬੀ ਖਾਨ ਜਿਹੜਾ ਸੀ ਉਹ ਫੌਜ ਲੈ ਕੇ ਆਇਆ। ਉਹਨੇ ਜਦੋਂ ਫੌਜ ਲਿਆਂਦੀ, ਫੌਜ ਲੈ ਕੇ ਜਦੋਂ ਬਿਆਸ ਦਰਿਆ ਟੱਪਿਆ ਤੇ ਉੱਥੇ ਆਪਸ ਦੇ ਵਿੱਚ ਇਹਨਾਂ ਦੀ ਜਰਨੈਲ ਜਿਹੜੇ ਸਨ ਜਾਂ ਇਹਨਾਂ ਦੇ ਨਾਲ ਜਿਹੜੇ ਸੈਯਦ ਸਨ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ। ਤੇ ਇਸ ਲੜਾਈ ਜਿਹੜੀ ਸੀ ਇਹ ਪੈਸਿਆਂ ਦੇ ਕਰਕੇ ਹੋਈ। ਸੁਰਬੀ ਖਾਨ ਜਿਹੜਾ ਸੀ ਉਹਦੀ ਫਿਰ ਮੌਤ ਹੋ ਗਈ ਉੱਥੇ। ਦੂਸਰੀ ਵਾਰੀ ਫਿਰ ਜਾ ਕੇ ਜਿਹੜਾ ਪ੍ਰਿਥੀ ਚੰਦ ਸੀ ਇਹਨੇ ਸੁਲਹੀ ਖਾਨ ਨੂੰ ਇਹਨੇ ਜਾ ਕੇ ਪੈਸੇ ਦਿੱਤੇ, ਰਿਸ਼ਵਤ ਦਿੱਤੀ। ਇਹਨੇ ਕਿਹਾ ਕਿ ਤੇਰਾ ਭਤੀਜਾ ਤੇ ਮਾਰਿਆ ਗਿਆ, ਮੇਰਾ ਕੰਮ ਅਧੂਰਾ ਪਿਆ ਹੈ, ਤੂੰ ਜੇਕਰ ਕਰੇ ਤੇ ਮੈਂ ਤੈਨੂੰ ਹੋਰ ਵੀ ਧਨ ਬਹੁਤ ਦੇਵਾਂਗੇ। ਨੇ ਬਹੁਤ ਸਾਰੀ ਰਿਸ਼ਵਤ ਜਿਹੜੀ ਸੀ ਉਹ ਸੁਲਹੀ ਖਾਨ ਨੂੰ ਦੇ ਦਿੱਤੀ ਸੀ। ਸੁਲਹੀ ਖਾਨ
ਇੱਕ ਜ਼ਾਲਮ ਕਿਸਮ ਦਾ ਜਰਨੈਲ ਸੀ। ਤੇ ਸੁਲਹੀ ਖਾਂ ਜਿਹੜਾ ਹੈ ਉਹ ਜਦੋਂ ਫੌਜ ਲੈ ਕੇ ਆਇਆ ਤੇ ਇੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਪਤਾ ਲੱਗਿਆ ਕਿ ਸੁਲਹੀ ਖਾਂ ਜਿਹੜਾ ਹੈ ਉਹ ਫੌਜ ਲੈ ਕੇ ਆਉਂਦਾ ਪਿਆ ਹੈ। ਸਤਿਗੁਰੂ ਮਹਾਰਾਜ ਜੀ ਨੂੰ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰੋ, ਜੇਕਰ ਕੋਈ 2 ਅੱਖਰ ਲਿਖ ਕੇ ਦੇ ਦਿਓ ਕਿ ਅਸੀਂ ਜਾ ਕੇ ਸੁਲਹੀ ਖਾਨ ਨੂੰ ਦਈਏ ਕਿ ਭਈ ਤੇਰਾ ਤੇ ਸਾਡਾ ਆਪਸ ਦੇ ਵਿੱਚ ਕੋਈ ਵੈਰ ਨਹੀਂ, ਤੂੰ ਕਿਉਂ ਸਾਡੇ ਨਾਲ ਵੈਰ ਕਰਦਾ ਪਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਪਾਵਨ ਬਚਨ ਜਿਹੜੇ ਨੇ ਉਹ ਦਰਜ ਕੀਤੇ ਨੇ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਪਹਿਲੀ ਸਲਾਹ ਸਿੱਖਾਂ ਨੇ ਦਿੱਤੀ ਕਿ ਸੱਚੇ ਪਾਤਸ਼ਾਹ ਮਹਾਰਾਜ ਕੋਈ ਚਿੱਠੀ ਪੱਤਰ ਲਿਖ ਦਈਏ। ਦੂਸਰੀ ਸਲਾਹ ਸੱਚੇ ਪਾਤਸ਼ਾਹ ਮਹਾਰਾਜ ਨੂੰ ਦਿੱਤੀ, ਦੁਤੀਆ ਮਤਾ ਦੇ ਮਾਨਕ ਪਹੁੰਚਾਵੋ, ਕਿ ਦੂਸਰਾ ਮਤਾ ਕੀ ਸੀ, 2 ਮਾਨਕ ਪਹੁੰਚਾਓ। ਮਹਾਰਾਜ ਜੇ ਲਿਖ ਕੇ ਨਹੀਂ ਭੇਜਣਾ ਤੇ ਉਵੇਂ ਤੁਸੀਂ ਸਾਨੂੰ ਆਗਿਆ ਦਿਓ, 2-4 ਸਿੱਖ ਜਾ ਕੇ ਮਿਲਦੇ ਆ, ਜਾ ਕੇ ਸੁਲਹੀ ਖਾਂ ਨੂੰ ਤੇ ਜਾ ਕੇ ਉਹਦੇ ਨਾਲ ਕੋਈ ਸੁਲਾਹ ਦੀ ਗੱਲ ਕਰੀਏ। ਮਹਾਰਾਜ ਪਾਤਸ਼ਾਹ ਨੇ ਉਹ ਵੀ ਨਾ ਕਰ ਦਿੱਤੀ, ਚਿੱਠੀ ਲਿਖਣ ਤੋਂ ਵੀ ਇਨਕਾਰ ਕਰਤਾ। ਧੰਨ ਗੁਰੂ ਨਾਨਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਸੀ ਉਹ ਸੁਲਾਹ ਵਾਸਤੇ 2-4 ਜਾਣਿਆਂ ਨੂੰ ਭੇਜਣ ਤੋਂ ਵੀ ਨਾ ਕਰ ਦਿੱਤੀ। ਸੱਚੇ ਪਾਤਸ਼ਾਹ ਮਹਾਰਾਜ ਨੂੰ ਫਿਰ ਸਿੱਖ ਆਖਦੇ, ਮਹਾਰਾਜ ਤ੍ਰਿਤੀਆ ਮਤਾ ਕਛ ਕਰੋ ਉਪਾਇਆ, ਮਹਾਰਾਜ ਫਿਰ ਸਾਨੂੰ ਹੁਕਮ ਕਰੋ, ਅਸੀਂ ਵੀ ਤਿਆਰੀ ਕਰੀਏ ਅੱਗੋਂ ਲੜਨ ਵਾਸਤੇ, ਅਸੀਂ ਵੀ ਪ੍ਰਬੰਧ ਕਰ ਲਈਏ। ਪਰ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਮੈਂ ਕੇਵਲ ਅਕਾਲ ਪੁਰਖ ਦਾ ਆਸਰਾ ਰੱਖਿਆ, ਹੋਰ ਦੁਨਿਆਵੀ ਆਸਰੇ ਜਿਹੜੇ ਸਨ ਜਾਂ ਕੋਈ ਹੋਰ ਸਹਾਇਤਾ ਦੀ ਮਹਾਰਾਜ ਕਹਿੰਦੇ ਮੇਰੇ ਮਨ ਦੇ ਵਿੱਚ ਕੋਈ ਆਸਾ ਜਾਂ ਕੋਈ ਲਾਲਸਾ ਨਹੀਂ ਹੈ। ਜਿਹਨੂੰ ਮਹਾਰਾਜ ਕਹਿੰਦੇ ਹਮਾਰਾ ਧੜਾ ਹਰਸਿਓ ਰਹਿਆ ਸੁਮਾਈ, ਹਮ ਹਰਸਿਓ ਧੜਾ ਕੀਆ, ਮੇਰੀ ਹਰ ਟੇਕ, ਮੈਂ ਪਰਮਾਤਮਾ ਦੇ ਨਾਲ ਧੜਾ ਕੀਤਾ, ਮੈਂ ਪਰਮਾਤਮਾ ਦਾ ਆਸਰਾ ਲਿਆ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਿਸ ਹੀ ਕੋਈ ਮੰਝ ਨਿਮਾਨੀ ਇੱਕ ਤੂੰ, ਕਿ ਹੇ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਦਾ ਕੋਈ ਆਸਰਾ ਹੋ ਸਕਦਾ ਏ ਪਰ ਮੇਰਾ ਆਸਰਾ ਕੇਵਲ ਤੁਸੀਂ ਹੋ। ਸੁਲਹੀ ਖਾਂ ਫੌਜ ਲੈ ਕੇ ਆਇਆ। ਪ੍ਰਿਥੀ ਚੰਦ ਜਿਹੜਾ ਸੀ ਉਹਨੇ ਸਭ ਤੋਂ ਪਹਿਲਾਂ ਹੇਰ ਪਿੰਡ ਅੱਜ ਪਾਕਿਸਤਾਨ ਦੇ ਵਿੱਚ ਜਦੋਂ ਪ੍ਰਿਥੀ ਚੰਦ ਨੂੰ ਮਿਲਣ ਵਾਸਤੇ ਆਇਆ ਤੇ ਇਹ ਆਪਣੇ ਸਹੁਰਿਆਂ ਦੇ ਪਿੰਡ ਜਿੱਥੇ ਇਹਨੇ ਪੱਠੇ ਲਾਏ ਸੀ ਹੇਰ ਪਿੰਡ ਦੇ ਵਿੱਚ, ਇਹ ਉੱਥੇ ਸੁਲਹੀ ਖਾਨ ਨੂੰ ਲੈ ਕੇ ਗਿਆ ਤੇ ਉਹਨੂੰ ਦਿਖਾਉਂਦਾ ਪਿਆ ਕਿ ਆ ਦੇਖ ਆ ਸਾਰੇ ਪੱਠੇ ਮੇਰੇ ਨੇ, ਮੈਂ ਬਹੁਤ ਅਮੀਰ ਹਾਂ, ਜੇ ਤੂੰ ਮੇਰਾ ਕੰਮ ਕਰ ਦਵੇਂ ਤੇ ਮੈਂ ਤੈਨੂੰ ਹੋਰ ਵੀ ਧਨ ਬਹੁਤ ਦਵਾਂਗਾ। ਉੱਥੇ ਫਿਰ ਜਿਹੜਾ ਸੀ ਪੱਠੇ ਦਿਖਾਉਂਦਿਆਂ ਅੱਗ ਜਿਹੜੀ ਸੀ ਇੱਕਦਮ ਭਵਕਾ ਜਿਹਾ ਨਿਕਲਿਆ ਅੱਗ ਦਾ, ਤੇ ਜਿਹੜਾ ਸੁਲਹੀ ਖਾਂ ਸੀ ਦਾ ਘੋੜਾ ਉੱਥੋਂ ਅੱਗ ਤੋਂ ਇੱਕਦਮ ਡਰਿਆ ਤੇ ਦੌੜ ਖਲੋਤਾ। ਸੁਲਹੀ ਖਾਂ ਘੋੜੇ ਤੋਂ ਡਿੱਗਿਆ ਤੇ ਪੈਰ ਇਹਦਾ ਜਿਹੜਾ ਸੀ ਰਕਾਬ ਦੇ ਵਿੱਚ ਫਸ ਗਿਆ। ਸੁਲਹੀ ਖਾਂ ਦਾ ਪੈਰ ਫਸਿਆ, ਘੋੜਾ ਲੈ ਕੇ ਦੌੜਿਆ ਤੇ ਘੋੜਾ ਜਿਹੜਾ ਸੀ ਉਹ ਸਿੱਧਾ ਜਾ ਕੇ ਪੱਠੇ ਦੇ ਵਿੱਚ ਡਿੱਗ ਗਿਆ। ਬਲਦੀ ਅੱਗ ਦੇ ਵਿੱਚ ਘੋੜੇ ਸਣੇ ਜਿਹੜਾ ਸੀ ਸੁਲਹੀ ਖਾਂ ਮਾਰਿਆ ਗਿਆ। ਸਤਿਗੁਰੂ ਮਹਾਰਾਜ ਜੀ ਨੂੰ ਪਤਾ ਲੱਗਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਕਹਿੰਦੇ ਉਹ ਨਪਾਕ ਮੌਤ ਮਾਰਿਆ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਰਦਾਰ ਚੌਧਰੀ ਨਾਲ ਆਪਣੇ ਸੁਵਾਈ। ਕਹਿੰਦੇ ਲੋਕ ਚੌਧਰੀਆਂ ਦੇ ਨਾਲ ਰੋਜ਼ ਲੋਕ ਜਿਹੜੇ ਨੇ ਉਹ ਰਾਜਨੀਤਿਕ ਲੋਕਾਂ ਨਾਲ ਵੀ ਧੜੇ ਬਣਾ ਕੇ ਰੱਖਦੇ ਨੇ ਕਿ ਸਰਕਾਰੇ ਦਰਬਾਰੇ ਪਤਾ ਨਹੀਂ ਸਾਨੂੰ ਕਦੋਂ ਲੋੜ ਪੈ ਜਾਏ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਮ ਹਰਸਿਓ ਧੜਾ ਕੀਆ ਮੇਰੀ ਹਰ ਟੇਕ। ਜਿਹੜਾ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਓਟ ਆਸਰਾ ਲੈਂਦਾ ਹੈ ਨਾ, ਸਤਿਗੁਰ ਮਹਾਰਾਜ ਪਾਤਸ਼ਾਹ ਫਿਰ ਉਹਦੀ ਰਾਖੀ ਵੀ ਕਰਦੇ ਨੇ। ਜਿਵੇਂ ਮਹਾਰਾਜ ਜੀ ਦੇ ਬਚਨ ਨੇ ਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿ ਭਾਵੇਂ ਪਰਮਾਤਮਾ ਦੀ ਤਾਕਤ ਬੇਅੰਤਤਾ ਹਰ ਪਾਸੇ ਹੈ, ਚਾਰੇ ਦਿਸ਼ਾਵਾਂ ਵਾਲੇ ਪਾਸੇ ਹਨ, ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਉਹਦਾ ਪਿਆਰਾ ਬਣ ਜਾਂਦਾ ਹੈ, ਸਿਰ ਉੱਪਰ ਕਰ ਧਾਰਿਓ, ਉਹਦੇ ਸਿਰ ਦੇ ਉੱਪਰ ਫਿਰ ਪਰਮਾਤਮਾ ਦਾ ਹੱਥ ਹੋਇਆ ਕਰਦਾ ਹੈ। ਜਿਵੇਂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੇ ਇੱਕ ਸਿੱਖ ਹੋਏ ਨੇ ਭਾਈ ਪਾਰੋ ਜੀ, ਭਾਈ ਪਾਰੋ ਜੁਲਕਾ। ਉਹਨਾਂ ਦਾ ਨਿਤ ਦਾ ਨੇਮ ਸੀ ਕਿ ਉਹਨਾਂ ਨੇ ਰੋਜ਼ਾਨਾ ਹੀ ਆਪਣੇ ਨਗਰ ਤੋਂ ਤੁਰਨਾ, ਡੱਲੇ ਤੋਂ ਤੁਰਨਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਗੋਇੰਦਵਾਲ ਦਰਸ਼ਨ ਕਰਨ ਵਾਸਤੇ ਆਉਣਾ ਤੇ ਰਸਤੇ ਦੇ ਵਿੱਚ ਬਿਆਸ ਦਰਿਆ ਪੈਣਾ
ਤੇ ਘੋੜੇ ਦੇ ਉੱਤੇ ਚੜਿਆਂ ਬਿਆਸ ਦਰਿਆ ਚੋਂ ਗੁਰੂ ਗੁਰੂ ਕਰਦਿਆਂ ਲੰਘ ਜਾਇਆ ਕਰਨਾ। ਇੱਕ ਦਿਨ ਕੀ ਹੋਇਆ ਕਿ ਸਰਕਾਰੀ ਫੌਜ ਜਿਹੜੀ ਸੀ ਉਹ ਦਰਿਆ ਦੇ ਕੰਢੇ ਤੇ ਖਲੋਤੀ ਹੈ। ਫੌਜ ਦਾ ਜਰਨੈਲ ਜਿਹੜਾ ਸੀ ਉਹ ਅੱਲਾ ਯਾਰ ਖਾਂ, ਉਹਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਹੈ। ਅੱਲਾ ਯਾਰ ਖਾਂ ਨੇ ਦੇਖਿਆ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਬਹੁਤ ਤੇਜ਼ ਚੱਲਦਾ ਪਿਆ ਹੈ, ਹੜ੍ਹ ਵਰਗਾ ਜਿਹੜਾ ਮਾਹੌਲ ਬਣਿਆ ਹੈ। ਉਹਨੇ ਫੌਜ ਨੂੰ ਰੋਕ ਦਿੱਤਾ ਕਿ ਪਾਣੀ ਘਟੇਗਾ ਤੇ ਫਿਰ ਆਪਾਂ ਇਸ ਦਰਿਆ ਨੂੰ ਪਾਰ ਕਰਾਂਗੇ। ਤੇ ਉਸ ਕੰਢੇ ਦੇ ਉੱਤੇ ਬੈਠਿਆਂ ਹੋਇਆਂ ਉਹਨੇ ਕੀ ਦੇਖਿਆ ਕਿ ਇੱਕ ਸਿੱਖ ਗੁਰੂ ਕਾ, ਉਹਨੇ ਦਰਿਆ ਦੇ ਵਿੱਚ ਪਾਣੀ ਦੇ ਹੜ੍ਹ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਤੇ ਉਹਨੇ ਘੋੜਾ ਜਿਹੜਾ ਸੀ ਉਵੇਂ ਜਿਵੇਂ ਰੋਜ਼ਾਨਾ ਉਹਨਾਂ ਦਾ ਨੇਮ ਬਣਿਆ ਹੋਇਆ ਸੀ, ਉਸ ਨੇਮ ਦੇ ਅਨੁਸਾਰ ਉਹਨਾਂ ਨੇ ਘੋੜਾ ਜਿਹੜਾ ਸੀ ਉਹ ਦਰਿਆ ਦੇ ਵਿੱਚ ਠੇਲ ਦਿੱਤਾ, ਦਰਿਆ ਪਾਰ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ, ਜੋ ਸੇਵਾ ਸੀ ਰੋਜ਼ਾਨਾ ਨੇਮ ਦੇ ਅਨੁਸਾਰ ਕਰਕੇ ਜਦੋਂ ਵਾਪਸ ਆਏ ਤੇ ਉਸੇ ਤਰ੍ਹਾਂ ਉਹ ਹੜ੍ਹ ਦੇ ਪਾਣੀ ਚੋਂ ਬਿਆਸ ਦਰਿਆ ਨੂੰ ਉਹਨਾਂ ਨੇ ਪਾਰ ਕਰ ਲਿਆ। ਇਹ ਸਾਰਾ ਕੁਝ ਫਿਰ ਜਦੋਂ ਦੇਖਿਆ ਉਸ ਅੱਲਾ ਯਾਰ ਖਾਨ ਨੇ ਤੇ ਉਹਨੇ ਭਾਈ ਪਾਰੋ ਜੀ ਨੂੰ ਰੋਕ ਲਿਆ, ਕਿਹਾ ਕਿ ਗੁਰਮੁਖਾ ਇੱਕ ਗੱਲ ਦੱਸ, ਤੈਨੂੰ ਮੌਤ ਦਾ ਡਰ ਨਹੀਂ ਲੱਗਦਾ? ਇਹ ਦਰਿਆ ਦੇ ਵਿੱਚ ਪਾਣੀ ਇੰਨਾ ਸੀ, ਜੇ ਤੈਨੂੰ ਰੋੜ ਕੇ ਲੈ ਜਾਂਦਾ। ਭਾਈ ਪਾਰੋ ਜੀ ਨੇ ਕਿਹਾ ਜਿੰਦਾ ਗੁਰੂ ਤੇ ਭਰੋਸਾ ਹੋਵੇ ਉਹਨੂੰ ਦਰਿਆ ਦੇ ਪਾਣੀ ਨਹੀਂ ਰੋੜ ਸਕਦੇ। ਫਿਰ ਸਿੱਖ ਦੇ ਅੰਦਰ ਤੇ ਭਾਵਨਾ ਹੁੰਦੀ ਹੈ ਕਿ ਝੱਖੜ ਝਾਂਗੀ ਮੀਂਹ ਵਰਸੇ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰ ਪਹਿਜਾਈ। ਇਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਿੱਖਾਂ ਦੇ ਅੰਦਰ ਇਹ ਚਾਉ ਹੁੰਦਾ ਹੈ ਤੇ ਸਿੱਖ ਚਾਹ ਦੇ ਵਿੱਚ ਹੀ ਜਿਹੜਾ ਹੈ ਉਹ ਗੁਰੂ ਦੇ ਦਰਸ਼ਨਾਂ ਨੂੰ ਜਾਂਦੇ ਨੇ। ਭਾਈ ਪਾਰੋ ਜੀ ਤੋਂ ਇਹ ਗੱਲ ਸੁਣ ਕੇ ਜਿਹੜਾ ਅੱਲਾ ਯਾਰ ਖਾਂ ਸੀ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਸਿੱਖੀ ਪ੍ਰਾਪਤ ਕੀਤੀ। ਜਿਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰਚਾਰਕ ਕੇਂਦਰ ਥਾਪੇ ਤੇ ਉਹਨਾਂ ਵਿੱਚ ਜਿਹੜਾ ਸੀ ਇਹ ਅੱਲਾ ਯਾਰ ਖਾਂ ਨੂੰ ਵੀ ਪ੍ਰਚਾਰਕ ਦੇ ਤੌਰ ਤੇ ਥਾਪਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਅੱਜ ਕਿਸ ਹੀ ਕੋਈ ਕੋਈ ਮੰਝ ਨਿਮਾਨੀ ਇੱਕ ਤੂੰ। ਹੁਣ ਦੇਖੋ ਕਈ ਵਾਰੀ ਕੀ ਹੁੰਦਾ ਹੈ ਕਿ ਲੋਕ ਕਹਿੰਦੇ ਨੇ ਕਿ ਪ੍ਰਮਾਤਮਾ ਜਿਹੜਾ ਹੈ ਉਹ ਕਿਹੜਾ ਦਿਖਾਈ ਦੇ ਰਿਹਾ ਹੈ, ਪਰ ਸੱਚ ਕਰਕੇ ਜਾਣੋ ਜਿਹੜਾ ਪ੍ਰਮਾਤਮਾ ਹੈ ਨਾ ਉਹ ਅਗੰਮੀ ਤਾਕਤ ਹੈ, ਉਹ ਅੰਦਰੋਂ ਭਰੋਸਾ ਦੇ ਕੇ ਰੱਖਦਾ ਹੈ। ਜਿਵੇਂ ਵਿਦਵਾਨ ਸੱਜਣ ਕਹਿੰਦੇ ਨੇ ਘੁਮਿਆਰ ਜਿਹੜਾ ਹੈ ਨਾ ਉਹ ਘੜਾ ਜਦੋਂ ਬਣਾਉਂਦਾ ਹੈ ਨਾ, ਕੱਚਾ ਘੜਾ ਬਣਾਏਗਾ ਤੇ ਮਿੱਟੀ ਦਾ ਘੜੇ ਨੂੰ ਉਹ ਬਾਹਰੋਂ ਜਦੋਂ ਉਹਨੂੰ ਆਕਾਰ ਦਿੰਦਾ ਹੈ ਤੇ ਉਦੋਂ ਜ਼ੋਰ-ਜ਼ੋਰ ਨਾਲ ਉਹਨੂੰ ਥਾਪੜਦਾ ਹੈ, ਪਰ ਅੰਦਰਲੇ ਪਾਸਿਓਂ ਵੀ ਉਹਨੇ ਇੱਕ ਹੱਥ ਦੇ ਕੇ ਰੱਖਿਆ ਹੁੰਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਜੇ ਅੰਦਰ ਹੱਥ ਨਾ ਰੱਖਿਆ ਤੇ ਬਾਹਰੋਂ ਸੱਟ ਜ਼ੋਰ ਦੀ ਵੱਜੀ, ਇਹ ਘੜਾ ਕੱਚਾ ਹੈ ਤੇ ਟੁੱਟ ਜਾਏਗਾ। ਇਹਨੂੰ ਅਜੇ ਪਕਾਉਣਾ ਹੈ ਤੇ ਆਕਾਰ ਵੀ ਦੇਣਾ ਹੈ, ਸਹੀ ਰੂਪ ਦੇਣਾ ਹੈ, ਸਹੀ ਸ਼ਕਲ ਦੇਣੀ ਹੈ। ਬਾਹਰੋਂ ਤਰਾਸ਼ਦਾ ਜਾਂਦਾ ਹੈ ਤੇ ਅੰਦਰੋਂ ਹੱਥ ਦੇ ਕੇ ਰੱਖਿਆ ਹੁੰਦਾ ਹੈ। ਉਹ ਵਿਦਵਾਨ ਰਜਨੀਸ਼ ਓਸ਼ੋ ਨੇ ਇਹ ਉਦਾਹਰਨ ਦਿੱਤੀ। ਉਹ ਕਹਿੰਦਾ ਇਸੇ ਤਰ੍ਹਾਂ ਪ੍ਰਮਾਤਮਾ ਜਿਹੜਾ ਹੈ ਨਾ ਉਹ ਦੁਨਿਆਵੀ ਠੋਕਰਾਂ ਜਦੋਂ ਇਨਸਾਨ ਨੂੰ ਲੱਗਦੀਆਂ ਨੇ ਉਹ ਠੋਕਰਾਂ ਬਾਹਰੀ ਤੌਰ ਤੇ ਹੁੰਦੀਆਂ ਨੇ ਤੇ ਜਿਹੜੇ ਤੇ ਭਰੋਸੇ ਵਾਲੇ ਹੁੰਦੇ ਨੇ ਉਹਨਾਂ ਨੂੰ ਅੰਦਰੋਂ ਧਰਵਾਸ ਆਉਂਦਾ ਹੈ ਕਿ ਨਹੀਂ ਗੁਰੂ ਮੇਰੇ ਨਾਲ ਹੈ, ਗੁਰੂ ਮੈਨੂੰ ਡਿੱਗਣ ਡੋਲਣ ਨਹੀਂ ਦਿੰਦਾ। ਇੱਕ ਅੰਗਰੇਜ਼ੀ ਕਹਾਣੀ ਸੀ ਫੁੱਟਪ੍ਰਿੰਟ ਵਿਦਆਊਟ ਫੀਟ, ਕਿ ਪੈਰਾਂ ਦੇ ਨਿਸ਼ਾਨ ਬਿਨਾਂ ਪੈਰਾਂ ਤੋਂ ਪੈਰਾਂ ਦੇ ਨਿਸ਼ਾਨ, ਫੁੱਟਪ੍ਰਿੰਟ ਵਿਦਆਊਟ ਫੀਟ। ਉਹਦੇ ਵਿੱਚ ਉਹਨੇ ਲਿਖਿਆ ਜਿਹੜਾ ਕਹਾਣੀਕਾਰ ਹੈ ਨਾ ਉਹ ਕਹਿੰਦਾ ਕਿ ਇੱਕ ਦਿਨ ਮੈਂ ਰੱਬ ਦੇ ਨਾਲ ਗਿਲਾ ਕੀਤਾ ਕਿ ਜਦੋਂ ਸੁੱਖ ਸੀ ਤੇ ਮੈਂ ਜਦੋਂ ਤੁਰਦਾ ਸੀ ਤੇ 4 ਪੈਰਾਂ ਦੇ ਨਿਸ਼ਾਨ ਹੁੰਦੇ ਸੀ, 2 ਮੇਰੇ ਹੁੰਦੇ ਸੀ ਤੇ 2 ਤੇਰੇ ਹੁੰਦੇ ਸੀ। ਜਿੱਦਣ ਮੈਨੂੰ ਖੁਸ਼ੀ ਮਿਲੀ, ਜਿੱਦਣ ਮੈਨੂੰ ਸੁੱਖ ਮਿਲਿਆ ਉਦੋਂ 4 ਪੈਰ ਦਿਸੇ ਮੈਨੂੰ ਜਿੱਥੇ ਵੀ ਮੈਂ ਗਿਆ, ਪਰ ਜਦੋਂ ਮੇਰੇ ਜੀਵਨ ਦੇ ਵਿੱਚ ਦੁੱਖ ਆਇਆ, ਕੋਈ ਤਕਲੀਫ ਆਈ, ਉਦੋਂ 2 ਹੀ ਪੈਰ ਦਿਸੇ। ਤੂੰ ਮੇਰਾ ਸਾਥ ਉਦੋਂ ਛੱਡ ਗਿਆ ਪ੍ਰਮਾਤਮਾ, ਹੇ ਗੋਡ ਤੂੰ ਮੈਨੂੰ ਉਦੋਂ ਕੱਲਾ ਛੱਡ ਦਿੱਤਾ। ਫਿਰ ਕਹਿੰਦੇ ਰੱਬ ਨੇ ਆਵਾਜ਼ ਦੇ ਕੇ ਕਿਹਾ ਸੀ, ਕਹਿੰਦੇ ਮੈਂ ਤੈਨੂੰ ਕਦੇ ਕੱਲਿਆ ਨਹੀਂ ਛੱਡਿਆ। ਉਹ ਕਹਿੰਦਾ ਪੈਰ ਸੁੱਖ ਦੇ ਵਿੱਚ 4 ਤੇ ਦੁੱਖ ਦੇ ਵਿੱਚ 2 ਪੈਰ ਹੁੰਦੇ ਸੀ ਤੇ ਜੇ ਕੱਲਾ ਨਹੀਂ ਛੱਡਿਆ ਤੇ ਤੇਰੇ ਪੈਰਾਂ ਦੇ ਨਿਸ਼ਾਨ ਕਿੱਥੇ ਨੇ? ਫਿਰ ਕਹਿੰਦੇ ਰੱਬ ਨੇ ਅੱਗੋਂ ਉਹਨੂੰ ਆਖਿਆ, ਕਹਿਣ ਲੱਗਾ ਦੇਖ ਜਦੋਂ ਸੁੱਖ ਸੀ ਤੇ ਉਦੋਂ ਮੈਂ ਤੇਰੇ ਨਾਲ ਤੁਰਦਾ ਸਾਂ, ਉਦੋਂ ਮੈਂ ਤੇਰੇ ਨਾਲ ਹੁੰਦਾ ਸੀ, ਪਰ ਜਿੱਦਣ ਦੁੱਖ ਤੇਰੇ ਜੀਵਨ ਦੇ ਵਿੱਚ ਆਇਆ ਉਦੋਂ ਮੈਂ ਤੈਨੂੰ ਦੁੱਖ ਦੇ ਵਿੱਚ ਨਹੀਂ ਤੁਰਨ ਦਿੱਤਾ, ਉਦੋਂ ਮੈਂ ਤੈਨੂੰ ਚੁੱਕ ਲਿਆ ਤੇ ਜਿਹੜੇ ਪੈਰਾਂ ਦੇ ਨਿਸ਼ਾਨ ਦਿਸਦੇ ਪਏ ਸੀ ਉਹ ਤੇਰੇ ਪੈਰਾਂ ਦੇ ਨਿਸ਼ਾਨ ਨਹੀਂ ਸੀ,
ਤੇਰੇ ਤਾਂ ਮੈਂ ਪੈਰ ਨਹੀਂ ਲੱਗਣ ਦਿੱਤੇ, ਤੈਨੂੰ ਆਪਣੀ ਗੋਦ ਵਿੱਚ ਚੁੱਕ ਛੱਡਿਆ। ਉਹ ਨਿਸ਼ਾਨ ਜਿਹੜੇ ਸਨ ਉਹ ਕੱਲੇ ਮੇਰੇ ਪੈਰਾਂ ਦੇ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਭਰੋਸਾ ਹੈ, ਅੰਦਰੋਂ ਹੋਣਾ ਚਾਹੀਦਾ ਹੈ। ਉਹ ਅਗੰਮੀ ਤਾਕਤ ਜਿਹੜੀ ਹੈ ਉਹ ਅੰਦਰੋਂ ਟੇਕ ਦੇ ਕੇ ਰੱਖਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ, ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਭਗਤ ਕਬੀਰ ਸਾਹਿਬ ਜੇਕਰ ਉਹਨਾਂ ਨੇ ਹਿੰਦੂਵਾਦ ਦੀਆਂ ਝੂਠੀਆਂ ਰਹੁ ਰੀਤੀਆਂ ਦੇ ਖਿਲਾਫ ਬੋਲਿਆ ਤੇ ਹਿੰਦੂ ਧਰਮ ਦੇ ਜਿਹੜੇ ਆਗੂ ਸਨ, ਬ੍ਰਾਹਮਣ ਸਨ, ਉਹ ਖਿਲਾਫ ਹੋਏ। ਉਹਨਾਂ ਨੇ ਉਹਨਾਂ ਦੇ ਖਿਲਾਫ ਰੱਜ ਕੇ ਪ੍ਰਚਾਰ ਕੀਤਾ। ਜੇਕਰ ਉਹਨਾਂ ਨੇ ਇਸਲਾਮ ਦੀਆਂ ਕੁਰੀਤੀਆਂ ਦੇ ਖਿਲਾਫ ਬੋਲੇ ਤੇ ਇਸਲਾਮਿਕ ਲੋਕਾਂ ਨੇ ਜਿਹੜਾ ਸੀ ਉਹਨੂੰ ਸ਼ਰਾ ਦੇ ਅਧੀਨ ਕਿ ਇਹ ਇਸਲਾਮ ਦੀ ਤੋਹੀਨ ਕਰਦੇ ਪਏ ਆ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੂੰ ਫਿਰ ਜਿਹੜਾ ਸੀ ਕਈ ਵਾਰੀ ਪਾਣੀ ਦੇ ਵਿੱਚ ਵੀ ਸੁੱਟਿਆ ਗਿਆ, ਜੰਜੀਰਾਂ ਬੰਨ ਦਿੱਤੀਆਂ ਗਈਆਂ। ਗੰਗ ਗੁਸਾਇਨ ਗਹਿਰ ਗੰਭੀਰ, ਕਹਿੰਦੇ ਮੈਨੂੰ ਗੰਗਾ ਦੇ ਪਾਣੀ ਦੇ ਵਿੱਚ ਵੀ ਸੁੱਟ ਦਿੱਤਾ, ਜੰਜੀਰਾਂ ਬੰਨੀਆਂ ਸੀ। ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਬੀਰ ਐਵੇਂ ਕਹਿੰਦੇ ਮੈਂ ਬੈਠਾ ਹੈ ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਕਿ ਜਿਵੇਂ ਕਿਸੇ ਨੇ ਕੋਈ ਗਲੀਚਾ ਵਿਛਾ ਦਿੱਤਾ ਹੋਵੇ, ਕੋਈ ਸੇਜਾ ਦੇ ਉੱਪਰ ਬੈਠਾ ਹੋਵੇ। ਤੇ ਜਿਹੜੀਆਂ ਜੰਜੀਰਾਂ ਸੀ ਭਗਤ ਕਬੀਰ ਸਾਹਿਬ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਗੰਗਾ ਦੀ ਲਹਿਰ ਦੇ ਨਾਲ ਮੇਰੀ ਜੰਜੀਰਾਂ ਟੁੱਟ ਗਈਆਂ। ਤੇ ਮ੍ਰਿਗਸ਼ਾਲਾ ਦੇ ਉੱਤੇ ਮ੍ਰਿਗ ਹਿਰਨ ਨੂੰ ਕਹਿੰਦੇ ਨੇ ਕਿ ਹਿਰਨ ਦਾ ਜਿਹੜੇ ਖੱਲ ਦਾ ਜਿਵੇਂ ਆਸਨ ਹੁੰਦਾ ਹੈ ਤੇ ਉਸ ਆਸਨ ਤੇ ਮੈਂ ਬੈਠਾ ਹੋਵਾਂ। ਕਹੇ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਕਹਿੰਦੇ ਨੇ ਉਹ ਰਘੁਨਾਥ ਪਰਮਾਤਮਾ ਜਿਹੜਾ ਹੈ ਨਾ ਉਹ ਜਲ ਦੇ ਵਿੱਚ, ਥਲ ਦੇ ਵਿੱਚ, ਕਿਉਂਕਿ ਉਹ ਹਰ ਥਾਂ ਤੇ ਹੈ ਨਾ, ਚਤੁਰ ਦਿਸ਼ਾ ਹੈ, ਹਰ ਪਾਸੇ ਉਹਦੀ ਤਾਕਤ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਦੀ ਬੇਅੰਤਤਾ ਹੈ। ਜਿਹੜੇ ਉਹਦੇ ਹੁੰਦੇ ਨੇ ਕਿਸੇ ਹੀ ਕੋਈ ਲੋਕ ਕਈ ਵਾਰੀ ਦੁਨਿਆਵੀ ਲੋਕਾਂ ਦਾ ਭਰੋਸਾ ਕਰਦੇ ਆ, ਪਰ ਭਗਤ ਜਿਹੜੇ ਹੋਇਆ ਕਰਦੇ ਨੇ ਉਹ ਪਰਮਾਤਮਾ ਦੇ ਆਸਰੇ ਤੇ ਜਿਉਂਦੇ ਨੇ, ਉਹ ਦੁਨਿਆਵੀ ਆਸਰੇ ਨਹੀਂ ਰੱਖਦੇ। ਜਿਵੇਂ ਭਗਤ ਪ੍ਰਹਿਲਾਦ ਸਾਹਿਬ ਜੀ, ਹੁਣ ਪਿਤਾ ਜਿਹੜਾ ਹਰਨਾਕਸ਼ ਹੈ ਉਹ ਕਹਿੰਦਾ ਹੈ ਕਿ ਮੇਰਾ ਨਾਮ ਜਪੋ। ਉਹਨੇ ਲੋਕਾਂ ਨੂੰ ਡਰਾਇਆ ਵੀ, ਲੋਕਾਂ ਨੂੰ ਧਮਕਾਇਆ ਵੀ। ਲੋਕ ਜਿਹੜੇ ਨੇ ਉਹ ਡਰਦਿਆਂ ਹੋਇਆਂ ਉਹਦਾ ਨਾਮ ਜਪਣਾ ਸ਼ੁਰੂ ਕੀਤਾ। ਲੋਕ ਕਹਿੰਦੇ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼। ਤੇ ਜਿੱਦਣ ਭਗਤ ਪ੍ਰਹਿਲਾਦ ਜੀ ਨੂੰ ਆਖਿਆ ਗਿਆ ਕਿ ਆਪਣੇ ਪਿਤਾ ਦਾ ਨਾਮ ਜਪੋ, ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਕਹਿੰਦੇ ਨਹੀਂ, ਜਲੇ ਹਰਨਾਕਸ਼ ਨਹੀਂ ਹੋ ਸਕਦਾ, ਥਲੇ ਹਰਨਾਕਸ਼ ਨਹੀਂ ਹੋ ਸਕਦਾ। ਜਲੇ ਹਰੀ ਹੁੰਦਾ ਹੈ, ਥਲੇ ਹਰੀ ਹੁੰਦਾ ਹੈ। ਰੱਬ ਹਰ ਥਾਂ ਤੇ ਮੌਜੂਦ ਹੁੰਦਾ, ਮੇਰਾ ਪਿਤਾ ਕਿਵੇਂ ਹੋ ਸਕਦਾ ਹੈ? ਪਿਤਾ ਨੇ ਫਿਰ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੇ ਔਦ ਕਨੇਰੀ ਗਿਰ ਤਰ ਜਲ ਜਵਾਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਦੁਸ਼ਟ ਸਭਾ ਇਕੱਠੀ ਹੋਈ, ਹਰਨਾਕਸ਼ ਦੇ ਵਜ਼ੀਰ ਜਿਹੜੇ ਸਨ, ਆਸ-ਪਾਸ ਦੇ ਲੋਕ ਜਿਹੜੇ ਸਨ ਉਹ ਇਕੱਠੇ ਹੋਏ। ਉਹਨਾਂ ਨੇ ਇਕੱਠਿਆਂ ਹੋ ਕਰਕੇ ਮੰਤਰ ਕਮਾਇਆ ਤੋਂ ਭਾਵ ਹੈ ਕਿ ਸਲਾਹ ਕੀਤੀ। ਕਹਿਣ ਲੱਗੇ ਹਰਨਾਕਸ਼ ਤੇਰਾ ਰਾਜ ਜਿਹੜਾ ਹੈ ਨਾ ਰੱਬ ਬਣਨ ਦਾ ਸੁਪਨਾ ਹੈ। ਲੋਕ ਤਾਂ ਤੇਰੇ ਅਧੀਨ ਹੋ ਗਏ, ਡਰਦਿਆਂ ਤੇਰਾ ਨਾਮ ਜਪਣਾ ਸ਼ੁਰੂ ਕੀਤਾ, ਪਰ ਜੇਕਰ ਤੇਰੇ ਪੁੱਤ ਨੇ ਨਾ ਮੰਨਿਆ ਤੇ ਲੋਕਾਂ ਨੇ ਕਹਿਣਾ ਦੇਖੋ ਜਿੰਦਾ ਪੁੱਤ ਨਹੀਂ ਮੰਨਦਾ ਉਹ ਰੱਬ ਕਿਵੇਂ ਹੋ ਸਕਦਾ ਹੈ। ਇਸ ਕਰਕੇ ਕਿਵੇਂ ਵੀ ਆਪਣੇ ਪੁੱਤਰ ਨੂੰ ਜਿਹੜਾ ਹੈ ਇਸ ਬਗਾਵਤ ਤੋਂ ਹਟਾਓ, ਉਹਨੂੰ ਆਪਣੇ ਅਧੀਨ ਲੈ ਕੇ ਆ। ਇਹ ਫਿਰ ਜਦੋਂ ਮੰਤਰੀਆਂ ਦੀ ਸਭਾ ਦੇ ਵਿੱਚ ਇਹ ਮਤਾ ਪਕਾ ਲਿਆ ਗਿਆ, ਕਹਿਣ ਲੱਗੇ ਇਹਨੂੰ ਬੱਚੇ ਨੂੰ ਡਰਾਇਆ ਜਾਵੇ। ਜੇ ਡਰਦਿਆਂ ਨਹੀਂ ਮੰਨਦਾ, ਦੇਖੋ ਜਿਹਨੂੰ ਕੁਰਸੀ ਦਾ ਲਾਲਚ ਪੈ ਜਾਂਦਾ ਹੈ ਨਾ, ਉਹ ਆਪਣਿਆਂ ਦਾ ਨੁਕਸਾਨ ਕਰਨ ਤੋਂ ਵੀ ਝਿਜਕ ਨਹੀਂ ਕਰਦਾ। ਹਰਨਾਕਸ਼ ਜਿਹੜਾ ਸੀ ਉਹਨੇ ਆਪਣਿਆਂ ਦਾ ਨੁਕਸਾਨ ਕਰਨ ਵਾਸਤੇ ਵੀ ਤਿਆਰ ਹੋ ਗਿਆ। ਕਹਿੰਦੇ ਨੇ ਗਿਰ ਤਰ ਜਲ ਜਵਾਲਾ ਪੈ ਰਾਖਿਓ। ਹੁਣ 4 ਤਰੀਕਿਆਂ ਦੇ ਨਾਲ ਭਗਤ ਪ੍ਰਹਿਲਾਦ ਨੂੰ ਮਾਰਨ ਦੇ ਯਤਨ ਕੀਤੇ ਗਏ। ਸਭ ਤੋਂ ਪਹਿਲੋਂ ਕਹਿੰਦੇ ਗਿਰ, ਪਹਾੜ ਦੇ ਉੱਤੋਂ ਸੁੱਟਿਆ ਗਿਆ। ਭਗਤ ਪ੍ਰਹਿਲਾਦ ਜਿਹੜੇ ਸਨ ਪਹਾੜ ਤੋਂ ਉਹਨਾਂ ਨੂੰ ਸੁੱਟਿਆ, ਪਰ ਉਹ ਥੱਲੇ ਜਦੋਂ ਡਿੱਗੇ ਉਹ ਇਵੇਂ ਸੀ ਜਿਵੇਂ ਕਿਸੇ ਨੇ ਉਹਨਾਂ ਨੂੰ ਥੱਲਿਓਂ ਚੁੱਕ ਲਿਆ ਹੋਵੇ, ਡਿੱਗਦੇ ਨੂੰ ਕਿਸੇ ਨੇ ਝੋਲੀ ਦੇ ਵਿੱਚ ਰੱਖ ਲਿਆ ਹੋਵੇ। ਫਿਰ ਉਸ ਤੋਂ ਬਾਅਦ ਵਿੱਚ ਤਰ ਕਹਿੰਦੇ ਨੇ ਦਰਖਤ ਨੂੰ, ਫਿਰ ਉਹਨਾਂ ਨੂੰ ਦਰਖਤ ਦੇ ਉੱਤੋਂ ਸੁੱਟਿਆ ਗਿਆ। ਦਰਖਤ ਦੇ ਉੱਤੋਂ ਡਿੱਗਿਆ ਵੀ ਉਹਨਾਂ ਦਾ ਵਾਲ ਜਿਹੜਾ ਸੀ ਉਹ ਵੀ ਵਿੰਗਾ ਨਾ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਰੱਖ ਲਿਆ, ਉਹਨਾਂ ਦੇ ਉੱਤੇ ਕੋਈ ਕਿਸੇ ਕਿਸਮ ਦਾ ਕਸ਼ਟ ਨਾ ਆਉਣ ਦਿੱਤਾ। ਫਿਰ ਕਹਿੰਦੇ ਨੇ ਭਗਤ ਪ੍ਰਹਿਲਾਦ ਜੀ ਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ ਕਿ ਡੋਬ ਕੇ ਮਾਰ ਦਈਏ, ਪਰ ਪਾਣੀ ਨੇ ਵੀ ਉਹਨਾਂ ਨੂੰ ਡੋਬਿਆ ਨਾ।
ਹੁਣ ਦੇਖੋ, ਜਿੰਦਾ ਹੁਕਮ ਜਲ ਤੇ ਚੱਲਦਾ ਹੈ, ਥਲ ਤੇ ਚੱਲਦਾ ਹੈ, ਜਿੰਦੇ ਹੁਕਮ ਦੇ ਵਿੱਚ ਇਹ ਸਾਰਾ ਕੁਝ ਤੁਰ ਫਿਰ ਰਿਹਾ ਹੈ। ਪਾਣੀ ਹੁਕਮ 'ਚ ਹੈ, ਹਵਾ ਹੁਕਮ 'ਚ ਹੈ, ਸੂਰਜ ਚੰਦ ਤਾਰੇ ਹੁਕਮ ਦੇ ਵਿੱਚ ਨੇ। ਪੈ ਵਿੱਚ ਪਵਨ ਵਹੇ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਵੇ ਗਾਰ, ਪੈ ਵਿੱਚ ਧਰਤੀ ਦੱਬੀ ਭਾਰ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਇਹ ਗਿਰ, ਇਹ ਪਹਾੜ, ਇਹ ਚੰਦ, ਇਹ ਸੂਰਜ, ਇਹ ਤਾਰੇ, ਇਹ ਸਮੁੱਚਾ ਬ੍ਰਹਿਮੰਡ ਜਿਹੜਾ ਹੈ, ਵਗਦੇ ਹੋਏ ਦਰਿਆ ਜਿਹੜੇ ਨੇ, ਸੂਰਜ ਹੈ, ਚੰਦਰਮਾ ਹੈ, ਅੱਗ ਹੈ, ਹਵਾ ਹੈ, ਇਹ ਸਾਰਾ ਕੁਝ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਕਿ ਉਹ ਦਰਿਆ ਦੇ ਵਿੱਚ ਡੁੱਬਣ ਦੀ ਕੋਸ਼ਿਸ਼ ਕੀਤੀ, ਪਰ ਭਗਤ ਪ੍ਰਹਿਲਾਦ ਡੁੱਬੇ ਨਾ। ਫਿਰ ਕਹਿੰਦੇ ਨੇ, ਜਲ ਜਵਾਲਾ ਭੈ ਰਾਖਿਓ। ਜਵਾਲਾ ਤੋਂ ਭਾਵ ਸੀ ਅੱਗ। ਭਗਤ ਪ੍ਰਹਿਲਾਦ ਦੀ ਭੂਆ ਜਿਹੜੀ ਸੀ, ਉਹਦਾ ਨਾਮ ਸੀ ਹੋਲਕਾ, ਤੇ ਹੋਲਕਾ ਜਿਹੜੀ ਸੀ, ਉਹਨੇ ਯਤਨ ਕੀਤੇ ਕਿ ਮੈਂ ਆਪਣੇ ਭਰਾ ਨੂੰ ਖੁਸ਼ ਕਰਾਂ। ਹਰਨਾਕਸ਼ ਨੂੰ ਖੁਸ਼ ਕਰਨ ਵਾਸਤੇ ਉਹਨੇ ਆਪਣਾ ਜਿਹੜਾ ਸੀ ਭਤੀਆ, ਭਰਾ ਦਾ ਪੁੱਤਰ ਜਿਹੜਾ ਸੀ, ਉਹਨੂੰ ਵਰ ਮਿਲਿਆ ਸੀ ਹੋਲਕਾ ਨੂੰ। ਆ ਜਿਹੜਾ ਹੋਲੀ ਦਾ ਤਿਉਹਾਰ ਹੈ ਨਾ, ਇਹ ਹੋਲਕਾ ਦੇ ਨਾਲ ਸੰਬੰਧ ਆ। ਤੇ ਇਸ ਤਿਉਹਾਰ ਦੇ ਮਤਲਬ ਹੈ ਕਿ ਸੱਚ ਜਿੱਤ ਗਿਆ ਤੇ ਹੰਕਾਰ ਜਿਹੜਾ ਸੀ, ਝੂਠ ਜਿਹੜਾ ਸੀ, ਉਹ ਹਾਰ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਗਿਰ ਤਰ ਜਲ ਜਵਾਲਾ ਭੈ ਰਾਖਿਓ। ਪਰਮਾਤਮਾ ਜਦੋਂ ਆਪਣੇ ਭਗਤਾਂ ਦੀ ਰੱਖਣ ਤੇ ਆਉਂਦਾ, ਫਿਰ ਉਹ ਕੋਈ ਵੀ ਸਾਧਨ ਕੋਈ ਵਰਤ ਲਵੇ ਤੇ ਉਹ ਆਪਣੇ ਭਗਤਾਂ ਦੀ ਰੱਖਦਾ ਜ਼ਰੂਰ ਹੈ। ਹੋਲਕਾ ਨੇ ਬਲਦੀ ਹੋਈ ਅੱਗ ਜਿਹੜੀ ਹੈ, ਬਲਦੀ ਹੋਈ ਅੱਗ ਦੇ ਵਿੱਚ ਪਹਿਲੋਂ ਤੇ ਲੱਕੜਾਂ ਦਾ ਢੇਰ ਲਵਾਇਆ। ਇਹਨੂੰ ਵਰ ਦੇ ਵਿੱਚ ਨਾ ਇੱਕ ਜਿਵੇਂ ਕੋਈ ਸਰੋਪਾ, ਕੋਈ ਚੁੰਨੀ ਮਿਲੀ ਹੋਈ ਸੀ ਕਿ ਉਹ ਜੇਕਰ ਤਨ ਦੇ ਉੱਤੇ ਲਪੇਟ ਲਵੇਂਗੀ ਤੇ ਤੈਨੂੰ ਅੱਗ ਸਾੜੇਗੀ ਨਹੀਂ। ਲੱਕੜਾਂ ਦੇ ਢੇਰ ਦੇ ਉੱਪਰ ਜਿਹੜਾ ਸੀ, ਉਹ ਉਸ ਵੇਲੇ ਹੋਲਕਾ ਬੈਠੀ ਤੇ ਆਪਣੀ ਗੋਦ ਵਿੱਚ ਪੁੱਤਰ ਪ੍ਰਹਿਲਾਦ, ਭਰਾ ਦੇ ਪੁੱਤਰ ਨੂੰ ਬਿਠਾ ਲਿਆ ਤੇ ਅੱਗ ਲਾ ਦਿੱਤੀ। ਅੱਗ ਜਿਹੜੀ ਸੀ ਉਹ ਕਈ ਦਿਨ ਬਲਦੀ ਰਹੀ। ਕਈਆਂ ਦਿਨਾਂ ਬਾਅਦ ਅੱਗ ਜਦੋਂ ਬਲ ਕੇ ਹਟੀ, ਹੁਣ ਲੋਕ ਸੋਚਦੇ ਸੀ, ਕਹਿੰਦੇ ਇੰਨੀਆਂ ਲੱਕੜਾਂ, ਇੰਨੀ ਅੱਗ ਬਲੀ ਤੇ ਇਹ ਤਾਂ ਹੁਣ ਤੱਕ ਪ੍ਰਹਿਲਾਦ ਤਾਂ ਸੜ ਕੇ ਸਵਾਹ ਹੋ ਗਿਆ ਹੋਵੇਗਾ, ਸੱਚ ਹਾਰ ਗਿਆ ਹੋਵੇਗਾ, ਉਹ ਨੰਨਾ ਜਿਹਾ ਬਾਲਕ ਜਿਹੜਾ ਹੈ ਉਹਨੂੰ ਖਤਮ ਕਰ ਦਿੱਤਾ ਹੋਵੇਗਾ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ। ਇਹ ਪਰਮਾਤਮਾ ਦਾ ਸੁਭਾਅ ਹੈ ਕਿ ਜਿਹੜਾ ਉਹਦਾ ਆਸਰਾ ਤੱਕਦੇ ਨੇ, ਉਹਨਾਂ ਦੀ ਪਰਮਾਤਮਾ ਰੱਖ ਲੈਂਦਾ ਹੈ, ਉਹਨਾਂ ਨੂੰ ਫਿਰ ਡੋਲਣ ਤੇ ਡਿੱਗਣ ਨਹੀਂ ਦਿੰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਫਿਰ ਕਿਰਪਾ ਹੋਈ ਕਿ ਭਗਤ ਪ੍ਰਹਿਲਾਦ ਜਿਹੜੇ ਸਨ, ਉਹ ਪਰਮਾਤਮਾ ਦੀ ਕਿਰਪਾ ਨਾਲ ਉਸ ਅੱਗ ਦੇ ਵਿੱਚੋਂ ਬਿਲਕੁਲ ਸਹੀ ਸਲਾਮਤ ਬਾਹਰ ਆਏ ਤੇ ਹੋਲਕਾ ਜਿਹੜੀ ਸੀ ਉਸ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਗਈ। ਭਾਵੇਂ ਉਹਨੂੰ ਵਾਰ ਮਿਲਿਆ ਸੀ ਕਿ ਤੂੰ ਅੱਗ ਦੇ ਵਿੱਚ ਨਹੀਂ ਸੜੇਂਗੇ, ਪਰ ਉਹ ਜਿਹੜਾ ਕੱਪੜਾ ਸੀ ਹਵਾ ਦੇ ਨਾਲ ਉੱਡਿਆ, ਪ੍ਰਹਿਲਾਦ ਦੇ ਉੱਪਰ ਆ ਗਿਆ ਤੇ ਅੱਗ ਨੇ ਜਿਹੜਾ ਸੀ ਹੋਲਕਾ ਨੂੰ ਸਾੜ ਦਿੱਤਾ। ਲੋਕਾਂ ਨੇ ਖੁਸ਼ੀ ਦੇ ਵਿੱਚ ਉਹ ਸੁਆਹ ਜਿਹੜੀ ਸੀ ਉਹਨੂੰ ਪੈਰਾਂ ਦੇ ਨਾਲ ਉਡਾਇਆ ਤੇ ਕਿਹਾ ਕਿ ਦੇਖੋ, ਇਹ ਝੂਠ ਜਿਹੜਾ ਸੀ ਉਹ ਸੜ ਕੇ ਸਵਾਹ ਹੋਇਆ, ਸੱਚ ਉਵੇਂ ਹੀ ਸੂਰਜ ਦੇ ਵਾਂਗੂ ਉਜਲਾ ਰਿਹਾ। ਭਗਤ ਪ੍ਰਹਿਲਾਦ ਦੀ ਜਿੱਤ ਹੋਈ। ਫਿਰ ਪਿਤਾ ਨੇ ਆਪ ਮਾਰਨ ਦਾ ਯਤਨ ਕੀਤਾ ਕਿ ਦੱਸ ਕਿੱਥੇ ਹੈ ਤੇਰਾ ਪ੍ਰਮਾਤਮਾ, ਤੇ ਥੰਮ ਨੂੰ ਪਾੜ ਕਰਕੇ ਜਿਹੜਾ ਸੀ ਨਰਸਿੰਘ ਅਵਤਾਰ ਬਾਹਰ ਆਇਆ ਤੇ ਨਰਸਿੰਘ ਅਵਤਾਰ ਨੇ ਆਪਣੇ ਨੋਹਾਂ ਦੇ ਨਾਲ ਹਰਨਾਕਸ਼ ਨੂੰ ਪਾੜ ਕੇ ਉਹਨੂੰ ਖਤਮ ਕਰ ਦਿੱਤਾ ਤੇ ਨਾਲ ਹੀ ਉਹਦੇ ਹੰਕਾਰ ਨੂੰ ਖਤਮ ਕਰਤਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਸ਼ਲੋਕ ਮਹੱਲਾ ਦੂਜਾ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਹ ਬਚਨ ਨੇ, ਕਿਸ ਹੀ ਕੋਈ ਕੋਏ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਆਸਰਾ ਹੋ ਸਕਦਾ ਏ, ਪਰ ਮਹਾਰਾਜ ਕਹਿੰਦੇ ਨੇ ਮੰਝ ਨਿਮਾਨੀ ਇੱਕ ਤੂੰ, ਕਿ ਮੇਰਾ ਆਸਰਾ ਜਿਹੜਾ ਹੈ ਕੇਵਲ ਮੇਰੇ ਨਿਮਾਨੀ ਦਾ ਆਸਰਾ ਕੇਵਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਕ ਹੀ ਹੈ। ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿਤ ਨਾ ਆਵਹੀ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਕਿ ਦੇਖੋ, ਉਹ ਇਨਸਾਨ ਕਿਉਂ ਨਾ ਰੋਵੇ। ਮਹਾਰਾਜ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨਾ ਕਿ ਜਿਵੇਂ ਕਹਿੰਦੇ ਜਿੰਨੇ ਗੋਰਾਂ ਦੇ ਵਿੱਚ ਜਾ ਕੇ ਪੈਣਾ ਏ, ਉਹ ਸੁੱਖ ਦੀ ਨੀਂਦ ਕਿਵੇਂ ਸੋਵੇ, ਉਹਨੂੰ ਤੇ ਇਹ ਚੇਤਾ ਹੋਣਾ ਚਾਹੀਦਾ ਏ ਕਿ ਇੱਕ ਦਿਨ ਐਸਾ ਆਉਣਾ ਏ ਕਿ ਮੈਂ ਕਬਰਾਂ ਦੇ ਵਿੱਚ ਜਾ ਕੇ ਸੌ ਜਾਣਾ ਏ। ਇਸ ਕਰਕੇ ਕੋਈ ਯਤਨ ਐਸਾ ਕਰਾਂ ਕਿ ਮਰਨ ਤੋਂ ਪਹਿਲਾਂ ਮੈਂ ਜਿਉਂਦਾ ਹੋ ਜਾਵਾਂ।
ਜਿਹਨੂੰ ਭਗਤ ਸਾਹਿਬ ਜੀ ਕਹਿੰਦੇ ਨੇ ਅਬ ਕੈਸੇ ਮਰੂ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਭਗਤ ਕਬੀਰ ਸਾਹਿਬ ਕਹਿੰਦੇ ਨੇ ਮੋਹੇ ਮਰਨੇ ਕਾ ਚਾਉ ਹੈ ਮਰੂ ਤਾਂ ਹਰ ਕੇ ਦਵਾਰ, ਕਿ ਮੈਂ ਜੇ ਮੇਰੇ ਮਨ ਦੇ ਵਿੱਚ ਇਹ ਚਾਹ ਹੈ ਕਿ ਇਹ ਸਰੀਰ ਦਾ ਭਾਂਡਾ ਹੁਣ ਛੇਤੀ ਟੁੱਟ ਜਾਏ ਤੇ ਮੈਂ ਸਦਾ ਵਾਸਤੇ ਪਰਮਾਤਮਾ ਵਿੱਚ ਲੀਨ ਹੋ ਜਾਵਾਂ। ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਕਿਉਂ ਨਾ ਮਰੀਜੇ ਰੋਏ। ਹੁਣ ਕਹਿੰਦੇ ਉਹ ਲੋਕਾਂ ਨੂੰ ਉੱਠ ਕੇ ਰੋਣਾ ਚਾਹੀਦਾ ਏ। ਕਿਉਂ? ਕਹਿਣ ਲੱਗੇ ਇਸ ਕਰਕੇ ਰੋਣਾ ਚਾਹੀਦਾ ਹੈ ਕਿ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਸਾਡਾ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ ਪਿਆ। ਜਾਂ ਲੱਗ ਚੇਤਨਾ ਆਵੀ, ਜਿਹਨੂੰ ਰੱਬ ਚੇਤੇ ਨਹੀਂ ਆਉਂਦਾ ਉਹ ਉੱਠ ਕੇ ਰੋਣਾ ਸ਼ੁਰੂ ਕਰੇ, ਉਹ ਚੀਖਾਂ ਮਾਰੇ, ਉਹ ਤਰਲੇ ਮਾਰੇ ਕਿ ਹੇ ਪਰਮਾਤਮਾ ਤੇਰੀ ਯਾਦ ਸਾਡੇ ਮਨਾਂ ਚੋਂ ਕਿਉਂ ਭੁੱਲ ਗਈ, ਅਸੀਂ ਕਿਉਂ ਤੈਨੂੰ ਭੁਲਾ ਕੇ ਬੈਠੇ ਹਾਂ। ਇਹ ਪਹਿਲੇ ਸ਼ਲੋਕ ਜਿਹੜਾ ਹੈ ਇੱਥੇ ਮਹਾਰਾਜ ਜੀ ਨੇ ਸੰਪੂਰਨਤਾ ਕੀਤੀ। ਅਗਲਾ ਸ਼ਲੋਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਹੱਲਾ ਦੂਜਾ, ਜਾ ਸੁਖ ਤਾਂ ਸ਼ੋਹਰਾਵਿਓ ਦੁੱਖ ਪੀ ਸੰਭਾਲਿਓ ਹੈ। ਗੁਰੂ ਅੰਗਦ ਦੇਵ ਮਹਾਰਾਜ ਨਾ ਵੈਸੇ ਇਤਿਹਾਸਕਾਰ ਕਹਿੰਦੇ ਨੇ ਕਿ ਮਹਾਰਾਜ ਗੁਰੂ ਅੰਗਦ ਦੇਵ ਗੁਰੂ ਨਾਨਕ ਦੇਵ ਮਹਾਰਾਜ ਨਾਲ ਇੰਨਾ ਪ੍ਰੇਮ ਕਰਦੇ ਸੀ ਕਿ 7 ਸਾਲ 1532 ਦੇ ਵਿੱਚ ਮਹਾਰਾਜ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਜਾਂਦੇ ਆ। ਪਹਿਲਾਂ ਸਭ ਤੋਂ ਪਹਿਲਾਂ ਉਹ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ। ਉਹ ਪਠਾਨਕੋਟ ਵਾਲੇ ਪਾਸੇ ਜੰਮੂ ਜਾਂਦੇ ਨੇ, ਉੱਥੇ ਜਾ ਕੇ ਦੇਵੀ ਦੀ ਪੂਜਾ ਕਰਦੇ ਆ, ਪੈਰਾਂ ਦੇ ਵਿੱਚ ਘੁੰਗਰੂ ਬੰਨ੍ਹਦੇ ਆ, ਲਾਲ ਪੁਸ਼ਾਕ ਪਾ ਲੈਂਦੇ ਆ, ਨੱਚ ਕੇ ਗਾ ਕਰਕੇ ਦੇਵੀ ਦੀਆਂ ਜਿਹੜੀਆਂ ਉਹ ਭੇਟਾਂ ਗਾਉਂਦੇ ਪਏ ਨੇ। ਪਰ ਜਿਸ ਦਿਨ ਭਾਈ ਜੋਧ ਤੋਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਹਿਲਾ ਬਚਨ ਸੁਣਿਆ ਕਿ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉ ਘਾਲੀਏ, ਕਿ ਜਿਹਨੂੰ ਚੇਤੇ ਕਰਨ ਦੇ ਨਾਲ ਜੀਵਨ ਵਿੱਚ ਸੁੱਖ ਮਿਲਦੇ ਨੇ ਉਹਨੂੰ ਚੇਤੇ ਕਰੋ, ਤੇ ਜਿਹਨੂੰ ਭੁੱਲਣ ਦੇ ਨਾਲ ਜੀਵਨ ਦੁਖੀ ਹੋ ਜਾਂਦਾ ਹੈ ਉਹਨੂੰ ਕਦੇ ਭੁੱਲੋ ਨਾ। ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਉਸ ਮਾਲਕ ਨੂੰ ਸਦਾ ਯਾਦ ਕਰੋ। ਤੇ ਜਿਹਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਅੱਗੇ ਆਖਦੇ ਨੇ ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉ ਘਾਲੀਏ, ਐਸਾ ਕੰਮ ਮੂਲੇ ਨਾ ਕੀਤੇ ਜਿਤ ਅੰਤ ਪੁੱਛੋ ਤਾਈਏ। ਜਿਹਨੂੰ ਮਹਾਰਾਜ ਕਹਿੰਦੇ ਨੇ ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰੇ ਜੀ ਪਹਿਲੀਜੇ। ਜਿਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਦੁਖੀ ਇਨਸਾਨ ਤਾਂ ਹੀ ਹੁੰਦਾ ਪਿਆ ਏ ਕਿ ਜਦੋਂ ਉਹ ਪਰਾਇਆ ਬੁਰਾ ਮਨ ਦੇ ਵਿੱਚ ਰੱਖਦਾ ਏ, ਜਦੋਂ ਉਹ ਪਰਾਈ ਈਰਖਾ ਮਨ ਦੇ ਵਿੱਚ ਰੱਖਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਬਚਨ ਸੁਨੇ, ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉ ਘਾਲੀਏ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਣ ਵਾਸਤੇ ਮਨ ਦੇ ਵਿੱਚ ਐਵੇਂ ਤੜਫ ਜਾਗੀ ਜਿਵੇਂ ਬਬੀਹੇ ਦੇ ਮਨ ਦੇ ਵਿੱਚ ਸਵੰਤੀ ਬੂੰਦ ਦੀ ਤੜਫ ਹੁੰਦੀ ਆ ਕਿ ਕਿਦੋਂ ਅਸਮਾਨ ਤੋਂ ਉਹ ਕਣੀਆਂ ਡਿੱਗਣ, ਕਿਦੋਂ ਉਹ ਸਵੰਤੀ ਬੂੰਦ ਡਿੱਗੇ ਤੇ ਮੈਂ ਉਹ ਸਵੰਤੀ ਬੂੰਦ ਪੀਵਾਂ ਤੇ ਮੇਰੀ ਪਿਆਸ ਬੁਝ ਸਕੇ। ਜਿਵੇਂ ਭੌਰੇ ਦੇ ਮਨ ਦੇ ਵਿੱਚ ਇਹ ਤੜਫ ਹੁੰਦੀ ਹੈ ਨਾ ਕਿ ਮੈਂ ਕਮਲ ਦੇ ਕੋਲ ਜਾਵਾਂ ਤੇ ਕਮਲ ਦੀ ਸੁਗੰਧੀ ਨੂੰ ਮਾਣਾ, ਕਮਲ ਦੇ ਰਸ ਨੂੰ ਪੀਵਾਂ, ਕਮਲ ਦੀ ਕੋਮਲਤਾ ਨੂੰ ਸਪਰਸ਼ ਕਰਾਂ। ਜਿਵੇਂ ਹਿਰਨ ਦੇ ਅੰਦਰ ਇਹ ਚਾਹਤ ਹੁੰਦੀ ਹੈ ਕਿ ਜਦੋਂ ਘੰਡੇ ਹੇਰੇ ਦਾ ਸਾਜ਼ ਸੁਣਦਾ ਹੈ ਉਹ ਮੌਤ ਦੀ ਵੀ ਪਰਵਾਹ ਕੀਤੇ ਤੋਂ ਬਗੈਰ ਉਸ ਸਾਜ਼ ਦੇ ਅੱਗੇ ਜਾ ਕੇ ਸਰੋਤਾ ਬਣ ਕੇ ਬੈਠ ਜਾਂਦਾ ਹੈ। ਜਿਵੇਂ ਚੱਕਵੀ ਜਿਹੜੀ ਹੈ ਉਹਦੇ ਮਨ ਦੇ ਵਿੱਚ ਪਿਆਸ ਹੈ ਕਿ ਸੂਰਜ ਚੜੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਚੱਕਵੀ ਜੋ ਨਿਸ ਬੀਸਰੇ ਆਏ ਮਿਲੇ ਪ੍ਰਭਾਤ। ਉਹਦੇ ਮਨ 'ਚ ਹੁੰਦਾ ਹੈ ਕਿ ਕਦੋਂ ਸੂਰਜ ਚੜੇ ਤੇ ਮੇਰਾ ਮੇਲ ਜਿਹੜਾ ਹੈ ਉਹ ਚੱਕਵੇ ਨਾਲ ਹੋ ਸਕੇ। ਜਿਵੇਂ ਚਕੋਰ ਜਿਹੜੀ ਹੈ ਉਹਦੀ ਪ੍ਰੀਤ ਹੈ ਚੰਦਰਮਾ ਦੇ ਨਾਲ ਤੇ ਉਹ ਚੰਦਰਮਾ ਨੂੰ ਇੱਕ ਰਸ ਦੇਖਦੀ ਰਹਿੰਦੀ ਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਸੁਣ ਤੋਂ ਬਾਅਦ ਭਾਈ ਲਹਿਣੇ ਦੇ ਮਨ ਦੇ ਵਿੱਚ ਗੁਰੂ ਨਾਨਕ ਦੇ ਪ੍ਰਤੀ ਪਿਆਸ ਜਾਗੀ ਕਿ ਕਿਵੇਂ ਜਾ ਕੇ ਦਰਸ਼ਨ ਕਰਾਂ। ਇਹ ਭਾਈ ਭਾਨਾ ਜੀ ਦੁਕਾਨ ਤੇ ਸੌਦਾ ਲੈਣ ਵਾਸਤੇ ਆਏ ਤੇ ਭਾਈ ਭਾਨੇ ਨੇ ਪੈਸੇ ਕੁਝ ਦਿੱਤੇ ਤੇ ਕਿਹਾ ਕੁਝ ਆਟਾ ਤੇ ਕੁਝ ਦਾਲ ਮੈਨੂੰ ਦਿਓ। ਭਾਈ ਲਹਿਣੇ ਨੇ ਪੁੱਛਿਆ ਭਾਈ ਭਾਨਾ ਤੂੰ ਕਿੰਨੇ ਦਿਨ ਹੋ ਗਿਆ ਤੂੰ ਆਇਆ ਕਿਉਂ ਨਹੀਂ? ਕਹਿਣ ਲੱਗਾ ਜੀ ਮੈਂ ਬਿਮਾਰ ਸਾਂ ਤੇ ਕੁਝ ਦਿਹਾੜੀ ਵੀ ਨਹੀਂ ਮਿਲੀ, ਪੈਸਾ ਨਾ ਹੋਣ ਕਰਕੇ ਮੈਂ ਸੌਦਾ ਲੈਣ ਵਾਸਤੇ ਨਹੀਂ ਆਇਆ ਤੇ ਅੱਜ ਕੁਝ ਪੈਸੇ ਮਿਲੇ ਨੇ ਤੇ ਆ ਕੁਝ ਪੈਸਿਆਂ ਦਾ ਮੈਨੂੰ ਆਟਾ ਤੇ ਦਾਲ ਦਿਓ। ਉਸ ਵੇਲੇ ਕਹਿੰਦੇ ਨੇ ਭਾਈ ਲਹਿਣੇ ਨੂੰ ਤਰਸ ਜਿਹਾ ਆਇਆ ਤੇ ਭਾਈ ਭਾਨੇ ਨੂੰ ਜਿੰਨੇ ਪੈਸੇ ਦਿੱਤੇ ਸੀ ਉਹਦੇ ਤੋਂ ਜ਼ਿਆਦਾ ਰਾਸ਼ਨ ਦੇਣ ਲੱਗੇ ਨੇ। ਭਾਈ ਭਾਨੇ ਨੇ ਰੋਕ ਦਿੱਤਾ, ਕਹਿੰਦੇ ਨੇ ਜਿੰਨਾ ਪੈਸਾ ਦਿੱਤਾ ਉਨਾ ਹੀ ਸਮਾਨ ਦਿਓ।
ਮੈਨੂੰ ਜਿਹੜਾ ਹੈ ਉਹ ਲਾਲਚ ਕੋਈ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੇਕਰ ਅੱਜ ਰੋਟੀ ਦੇ ਦਿੰਦੇ ਨੇ ਤੇ ਉਹ ਕੱਲ ਨੂੰ ਵੀ ਦੇ ਦੇਣਗੇ। ਜੇ ਉਹ ਮੈਨੂੰ ਭੁੱਖੇ ਰੱਖ ਕੇ ਖੁਸ਼ ਨੇ ਤੇ ਮੈਂ ਭੁੱਖਾ ਰਹਿਣ ਦੇ ਵਿੱਚ ਵੀ ਖੁਸ਼ ਹਾਂ। ਸੱਚੇ ਪਾਤਸ਼ਾਹ ਮਹਾਰਾਜ, ਅਸੀਂ ਕਈ ਵਾਰੀ ਲਿਖਦੇ ਆ ਨਾ, ਘਰਾਂ ਤੇ ਲਿਖਿਆ ਹੁੰਦਾ ਹੈ, ਗੱਡੀਆਂ ਤੇ ਲਿਖਿਆ ਹੁੰਦਾ ਇਹ ਵੀ ਦਾਤ ਤੇਰੀ ਦਾਤਾਰ, ਪਰ ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਭਗਤ ਦਾ, ਗੁਰਸਿੱਖ ਦਾ ਜੀਵਨ ਐਸਾ ਏ। ਉਹ ਕਹਿੰਦਾ ਹੈ ਕਿਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਜੇ ਦੁੱਖ ਦਵੇਂ ਤੇ ਤਾਂ ਵੀ ਮੈਂ ਕਵਾਂ ਮਹਾਰਾਜ ਤੂੰ ਦਿੱਤਾ, ਮੈਂ ਦੁੱਖ ਦੇ ਵਿੱਚ ਵੀ ਖੁਸ਼ ਹਾਂ। ਜੇ ਤੂੰ ਮੈਨੂੰ ਭੁੱਖਾ ਰੱਖ ਦਵੇਂ ਮੈਂ ਤਾਂ ਵੀ ਕਵਾਂਗਾ ਸੱਚੇ ਪਾਤਸ਼ਾਹ ਮੈਂ ਤੇਰੇ ਇਸ ਹੁਕਮ ਦੇ ਵਿੱਚ ਖੁਸ਼ ਹਾਂ। ਦੇਖੋ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਉਹ ਤਕਰੀਬਨ 8 ਮਹੀਨੇ ਉਸ ਗੜੀ ਦੇ ਵਿੱਚ ਰਹੇ। ਰਾਸ਼ਨ ਪਾਣੀ ਖਾਣ ਵਾਲਾ ਸਾਰਾ ਕੁਝ ਮੁੱਕ ਚੁੱਕਿਆ ਸੀ। ਪੱਤੇ ਦਰਖਤਾਂ ਦੇ ਖਾਦੇ, ਦਰਖਤਾਂ ਦੀਆਂ ਛਿਲੜਾਂ ਖਾਧੀਆਂ, ਘੋੜਿਆਂ ਦਾ ਮਾਸ ਖਾਦਾ, ਆਪਣੇ ਪੱਟਾਂ ਦਾ ਮਾਸ ਕੱਢ ਕੇ ਖਾਦਾ, ਪਰ ਇਹ ਕਦੀ ਗਿਲਾ ਨਹੀਂ ਕੀਤਾ ਕਿ ਪ੍ਰਮਾਤਮਾ ਤੂੰ, ਅਸੀਂ ਤੇਰੀ ਸਿੱਖੀ ਮੰਨਦੇ ਪਏ ਆ, ਅਸੀਂ ਤੇਰੀ ਸਿੱਖੀ ਦਾ ਪ੍ਰਚਾਰ ਕਰਦੇ ਪਏ ਆ, ਅਸੀਂ ਤੇਰੇ ਹੁਕਮ ਦੇ ਵਿੱਚ ਲੋਕਾਂ ਦੇ ਨਾਲ ਜੰਗਾਂ ਜੁੱਦਾਂ ਕਰਦੇ ਆ, ਤੂੰ ਸਾਡੇ ਤੇ ਤਰਸ ਨਹੀਂ ਕਰਦਾ, ਸਾਨੂੰ ਤੂੰ ਭੁੱਖਾ ਕਿਉਂ ਰੱਖਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਭਰੋਸਾ ਹੁੰਦਾ ਏ। ਤੇ ਭਾਈ ਭਾਣਾ ਕਹਿੰਦਾ ਹੈ ਕਿ ਮੈਨੂੰ ਗੁਰੂ ਨਾਨਕ ਤੇ ਭਰੋਸਾ ਏ, ਜਿੱਥੇ ਉਹ ਰੱਖੇਗਾ ਮੈਂ ਉੱਥੇ ਹੀ ਖੁਸ਼ ਹਾਂ। ਭਾਈ ਲੈਣੇ ਨੇ ਜਦੋਂ ਇਹ ਦੇਖਿਆ ਕਿ ਇੰਨਾ ਸਿੱਖ ਦੇ ਵਿੱਚ ਸਬਰ, ਇੰਨਾ ਸੰਤੋਖ, ਮਹਾਰਾਜ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੇ। ਪੈਸੇ ਨਾਲ ਕੋਈ ਨਹੀਂ ਰੱਜ ਸਕਦਾ, ਜੇਕਰ ਕੋਈ ਰੱਜਦਾ ਹੈ ਤੇ ਉਹ ਸੰਤੋਖ ਨਾਲ ਰੱਜਦਾ ਹੈ। ਜਿਹੜਾ ਲਾਲਚ ਹੁੰਦਾ ਹੈ ਨਾ, ਉਹ ਤੇ ਬਾਲਟੀ ਦੇ ਵਾਂਗ ਹੈ ਕਿ ਜਿੰਦੇ ਥੱਲੇ ਥੱਲਾ ਹੀ ਨਹੀਂ ਲੱਗਿਆ ਹੋਇਆ, ਜਿੰਨਾ ਮਰਜ਼ੀ ਉੱਤੋਂ ਪਾਣੀ ਪਾਈ ਜਾਓ ਫਿਰ ਖਾਲੀ ਦੀ ਖਾਲੀ ਰਹਿੰਦੀ ਆ। ਸੱਚੇ ਪਾਤਸ਼ਾਹ ਮਹਾਰਾਜ ਭਾਈ ਲੈਣਾ, ਭਾਈ ਭਾਨੇ ਦੇ ਪਿੱਛੇ ਤੁਰੇ। ਉਹਨਾਂ ਨੇ ਜਾ ਕੇ ਉਸ ਆਟੇ ਦੀਆਂ 3 ਰੋਟੀਆਂ ਪਕਾਈਆਂ ਤੇ 2 ਕੌਲੀਆਂ ਦਾਲ ਬਣੀ। ਅਜੇ ਖਾਣ ਲੱਗੇ ਨੇ ਤੇ ਬੂਹਾ ਖੜਕਿਆ। ਇੱਕ ਸਾਧੂ ਨੇ ਆਵਾਜ਼ ਦਿੱਤੀ, ਕਹਿੰਦੇ ਭਾਈ ਭਾਣਾ ਘਰੇ ਹੀ ਆ? ਬੂਹਾ ਖੋਲਿਆ, ਕਿਆ ਦੱਸੋ? ਕਹਿਣ ਲੱਗੇ ਮੈਂ ਕਈ ਦਿਨਾਂ ਦਾ ਭੁੱਖਾ, ਮੈਨੂੰ ਰੋਟੀ ਮਿਲ ਸਕਦੀ? ਮੈਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦਾ ਸਿੱਖ ਦਾ ਘਰ ਏ ਤੇ ਗੁਰੂ ਨਾਨਕ ਦੇ ਸਿੱਖ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ। ਭਾਈ ਭਾਨੇ ਨੇ ਉਹਨਾਂ ਨੂੰ ਸਤਿਕਾਰ ਦੇ ਨਾਲ ਬਿਠਾਇਆ। ਸਤਿਕਾਰ ਨਾਲ ਬਿਠਾਉਣ ਤੋਂ ਬਾਅਦ ਵਿੱਚ ਉਹਨਾਂ ਨੂੰ 2 ਪ੍ਰਸ਼ਾਦੇ ਤੇ ਦਾਲ ਕੌਲੀ ਪਾ ਕੇ ਦੇ ਦਿੱਤੀ। ਉਹਨੇ ਛਕਿਆ ਤੇ ਨਾਲੇ ਇਹ ਵੀ ਦੇਖ ਲਿਆ ਕਿ ਇਹਨਾਂ ਦੇ ਘਰ 'ਚ ਬਹੁਤਾ ਕੁਝ ਨਹੀਂ। ਉਹਨੇ ਸਬਰ ਕਰ ਲਿਆ, ਉਹਨੇ ਅਸੀਸ ਦੇ ਕੇ ਚਲੇ ਗਿਆ। ਹੁਣ 1 ਪ੍ਰਸ਼ਾਦਾ ਤੇ 1 ਕੌਲੀ ਦਾਲ ਦੀ। ਤੇ ਘਰ ਵਾਲੀ ਕਹਿੰਦੀ ਭਾਈ ਭਾਨੇ ਨੂੰ, ਕਹਿੰਦੀ ਮੈਂ ਤੇ ਅੱਜ ਕੋਈ ਕੰਮ ਵੀ ਨਹੀਂ ਕੀਤਾ, ਅੱਜ ਮੈਂ ਥੱਕੀ ਵੀ ਨਹੀਂ, ਅੱਜ ਗੁਆਂਢੀਆਂ ਕੋਲ ਬੈਠੀ ਰਹੀ, ਮੈਨੂੰ ਭੁੱਖ ਨਹੀਂ ਏ। ਆਹ ਪ੍ਰਸ਼ਾਦਾ ਤੇ ਦਾਲ ਤੁਸੀਂ ਛਕ ਲਓ, ਸਵੇਰੇ ਕੰਮ ਤੇ ਵੀ ਤੁਸੀਂ ਜਾਣਾ। ਭਾਈ ਭਾਨਾ ਕਹਿੰਦਾ ਨਹੀਂ ਮੈਂ ਨਹੀਂ ਛਕਣਾ, ਤੂੰ ਛਕ, ਕਿਉਂਕਿ ਛੋਟੀ ਬੱਚੀ ਨੇ ਤੇ ਤੋਂ ਦੁੱਧ ਪੀਣਾ ਏ, ਉਹਦੀਆਂ ਲੋੜਾਂ ਤਾਂ ਪੂਰੀਆਂ ਹੋਣਗੀਆਂ ਜੇ ਤੂੰ ਕੁਝ ਖਾਵੇਂਗੀ। ਹੁਣ ਦੇਖੋ ਭੁੱਖਾ ਬੰਦਾ ਕਹਿੰਦਾ ਮੈਨੂੰ ਦਵੋ, ਪਰ ਸਿੱਖ ਦਾ ਸਿਦਕ ਵੇਖੋ, ਕਈ ਦਿਨਾਂ ਤੋਂ ਭੁੱਖੇ, ਅੱਜ 1 ਫੁਲਕਾ ਤੇ ਦਾਲ ਏ ਤਾਂ ਵੀ ਕਹੀ ਜਾਂਦੇ ਨਹੀਂ ਤੂੰ ਖਾ, ਤੇ ਦੂਸਰਾ ਕਹਿੰਦਾ ਨਹੀਂ ਤੂੰ ਖਾ। ਉੱਥੇ ਫਿਰ ਕਹਿੰਦੇ ਚੱਲ ਏਦਾਂ ਕਰਦੇ ਆ ਕਿ ਅੱਧੀ ਰੋਟੀ ਤੇ ਥੋੜੀ ਦਾਲ ਤੂੰ ਛਕ ਲਾ, ਅੱਧੀ ਰੋਟੀ ਤੇ ਦਾਲ ਮੈਂ ਛਕਦਾ। ਤੇ ਸਾਰਾ ਕੁਝ ਵੇਖ ਕੇ ਭਾਈ ਲੈਣਾ ਉਹ ਕਹਿੰਦਾ ਧੰਨ ਗੁਰੂ ਨਾਨਕ, ਧੰਨ ਤੇਰੇ ਸਿੱਖ, ਤੇਰਾ ਸਬਰ ਨਹੀਂ ਸਿੱਖ ਹਾਰਦੇ ਪਏ, ਮੇਰਾ ਸਿਦਕ ਹਾਰਦਾ ਪਿਆ ਸੀ ਕਿ ਗੁਜ਼ਾਰਾ ਕਿਵੇਂ ਕਰਨਗੇ, ਪਰ ਧੰਨ ਨੇ ਤੇਰੇ ਸਿੱਖ, ਇਹਨਾਂ ਨੇ ਸਬਰ ਤੇ ਸਿਦਕ ਨਹੀਂ ਹਾਰਿਆ। ਫਿਰ ਭਾਈ ਲੈਣਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਗਏ। 1532 ਤੋਂ ਲੈ ਕੇ 1539 ਤੱਕ 7 ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਐਸੀ ਸੇਵਾ ਕੀਤੀ, ਇੰਨਾ ਹੁਕਮ ਮੰਨਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਕੁਝ ਵੀ ਕਹਿਣਾ ਕਿ ਆ ਸਿੱਖਾ ਕਰ, ਕਹਿਣਾ ਸਤਿਗੁਰੂ ਮਹਾਰਾਜ ਜੋ ਹੁਕਮ। ਜੇ ਮਹਾਰਾਜ ਨੇ ਪਰਖਣ ਵਾਸਤੇ ਕਿਹਾ ਨਾ ਕਿ ਆ ਚੂਹੀ ਮਰੀ ਪਈ ਨੂੰ ਬਾਹਰ ਸੁੱਟ ਕੇ ਆ, ਉਸੇ ਵੇਲੇ ਹੁਕਮ ਮੰਨ ਲਿਆ। ਜੇ ਕਿਹਾ ਕਿ ਆ ਕੌਲਾ ਚਿੱਕੜ 'ਚ ਡਿੱਗਿਆ ਇਹਨੂੰ ਕੱਢ, ਉਸੇ ਵੇਲੇ ਚਿੱਕੜ 'ਚੋਂ ਕੌਲਾ ਕੱਢ ਕੇ ਸਤਿਗੁਰੂ ਮਹਾਰਾਜ ਅੱਗੇ ਧੋ ਕਰਕੇ ਲਿਆ ਕੇ ਰੱਖਿਆ। ਜੇ ਮਹਾਰਾਜ ਕਹਿੰਦੇ ਨੇ ਕਿ ਆ ਕਿੱਕਰ ਦੇ ਉੱਤੇ ਚੜੋ ਤੇ ਇਹਨੂੰ ਹਿਲਾਓ, ਮਠਿਆਈ ਡਿੱਗੇਗੀ। ਪੁੱਤਰ ਨੂੰ ਕਿਹਾ ਬਾਬਾ ਸ੍ਰੀ ਚੰਦ ਸਾਹਿਬ ਜੀ ਨੂੰ, ਉਹਨਾਂ ਕਿਹਾ ਕਿ ਕਿੱਕਰ ਤੋਂ ਮਠਿਆਈਆਂ ਨਹੀਂ ਡਿੱਗਦੀਆਂ, ਕਿੱਕਰਾਂ ਤੋਂ ਕੰਡੇ ਡਿੱਗਦੇ ਨੇ। ਪੁੱਤਰ ਲਖਮੀ ਦਾਸ ਤੁਸੀਂ ਕਿੱਕਰ ਨੂੰ ਹਿਲਾਓਗੇ? ਉਹਨਾਂ ਵੀ ਕਿਹਾ, ਕਹਿੰਦੇ ਜੇ ਮਠਿਆਈ ਚਾਹੀਦੀ ਆ ਤੇ ਬਾਜ਼ਾਰੋਂ ਲਿਆ ਕੇ ਦਿੰਨੇ ਆ, ਕਿੱਕਰਾਂ ਤੋਂ ਕੰਡੇ ਮਿਲ ਸਕਦੇ, ਮਠਿਆਈਆਂ ਥੋੜੀ ਮਿਲਦੀਆਂ। ਭਾਈ ਲਹਿਣੇ ਨੂੰ ਕਿਹਾ ਪੁੱਤਰ ਲੈਣਿਆ ਤੂੰ ਕਿੱਕਰ ਨੂੰ ਹਿਲਾਏਂਗਾ? ਭਾਈ ਲਹਿਣੇ ਨੇ ਉਸੇ ਵੇਲੇ ਹੁਕਮ ਮੰਨਿਆ ਤੇ ਕਿੱਕਰ ਤੇ ਚੜ ਗਏ।
ਬਾਬਾ ਸ੍ਰੀ ਚੰਦ ਨੇ ਰੋਕਿਆ, ਕਹਿੰਦੇ ਕਿੱਕਰਾਂ ਤੋਂ ਮਠਿਆਈਆਂ ਡਿੱਗੀਆਂ ਕਦੀ? ਕਹਿੰਦੇ ਨਹੀਂ, ਮੈਨੂੰ ਪਤਾ ਨਹੀਂ ਡਿੱਗਣੀਆਂ ਕਿ ਨਹੀਂ ਡਿੱਗਣੀਆਂ, ਮੈਂ ਤਾਂ ਕੇਵਲ ਗੁਰੂ ਨਾਨਕ ਦਾ ਹੁਕਮ ਮੰਨਦਾ ਪਿਆ। ਗੁਰੂ ਨਾਨਕ ਨੇ ਹੁਕਮ ਕਰ ਦਿੱਤਾ ਤੇ ਮੈਂ ਮੰਨਣਾ ਹੈ। ਬਾਕੀ ਮਠਿਆਈ ਜਿਹੜੀ ਡਿੱਗਣੀ ਉਹ ਤੇ ਗੁਰੂ ਨਾਨਕ ਨੇ ਡਿੱਗਣੀ ਹੈ। ਭਾਈ ਲਹਿਣਾ ਜਿਹੜਾ ਸੀ ਗੁਰੂ ਨਾਨਕ ਦਾ ਹੁਕਮ ਮੰਨ ਕੇ ਗੁਰੂ ਨਾਨਕ ਦਾ ਰੂਪ ਹੋ ਗਿਆ। ਇੱਕ ਵਿਦਵਾਨ ਨੇ ਸਾਖੀ ਬੜੀ ਸੋਹਣੀ ਲਿਖੀ, ਕਹਿੰਦੇ ਜਿੱਦਣ ਗੁਰਤਾ ਗੱਦੀ ਦੇਣੀ ਆ ਨਾ, ਰਿਸ਼ਤੇਦਾਰ ਸੋਢੀ ਇਕੱਠੇ ਹੋਏ, ਹੋਰ ਵੀ ਰਿਸ਼ਤੇਦਾਰ ਉੱਥੇ ਇਕੱਠੇ ਹੋ ਕੇ ਆਏ। ਉਹ ਕਹਿੰਦੇ ਬਾਬਾ ਨਾਨਕ ਜੀ ਇੰਨੀਆਂ ਉਦਾਸੀਆਂ ਕੀਤੀਆਂ, ਇੰਨੇ ਪ੍ਰਚਾਰਕ ਦੌਰੇ ਕੀਤੇ, ਲੰਮਾ ਲੰਮਾ ਸਮਾਂ ਤੁਸੀਂ ਘਰ ਤੋਂ ਬਾਹਰ ਰਹੇ, ਜੇ ਅੱਜ ਸੁੱਖ ਮਾਨਣ ਦਾ ਸਮਾਂ ਹੈ ਤੇ ਅੱਜ ਇੱਕ ਸੇਵਕ ਨੂੰ, ਅੱਜ ਇੱਕ ਨੌਕਰ ਨੂੰ, ਗੋਲੇ ਨੂੰ ਸਾਰਾ ਕੁਝ ਦੇ ਕੇ ਚੱਲੇ ਹੋ। ਤੁਹਾਡੇ 2 ਪੁੱਤਰ ਨੇ, ਦੋਨਾਂ ਨੂੰ ਕਿਸੇ ਇੱਕ ਨੂੰ ਦੇ ਦਿੰਦੇ ਗੁਰਤਾ ਗੱਦੀ। ਸਤਿਗੁਰੂ ਮਹਾਰਾਜ ਕਹਿੰਦੇ ਮੈਂ ਪਹਿਲੋਂ ਸ੍ਰੀ ਚੰਦ ਨੂੰ ਕਹਿੰਦਾ ਸੀ ਪੁੱਤਰ ਆ ਕੌਲਾ ਕੱਢ ਦੇਂਗਾ, ਬਾਅਦ ਵਿੱਚ ਮੈਂ ਪੁੱਤਰ ਲਖਮੀ ਦਾਸ ਨੂੰ ਕਹਿਣਾ ਸੀ, ਫਿਰ ਮੈਂ ਇਹਨੂੰ ਲੈਣੇ ਨੂੰ ਆਖਿਆ। ਕਹਿੰਦੇ ਚਲੋ ਅੱਜ ਹੁਕਮ ਕਰ ਦੋ, ਤੁਹਾਡੇ ਬੱਚੇ ਨੇ ਜੇ ਗਲਤੀ ਹੋ ਹੀ ਗਈ ਤੇ ਅੱਜ ਇਹਨਾਂ ਨੂੰ ਹੁਕਮ ਮਨਾਓ, ਅੱਜ ਤੇ ਮੰਨਣਗੇ ਨਾ। ਅਜੇ ਸਤਿਗੁਰੂ ਮਹਾਰਾਜ ਨਾਲ ਉਹ ਵਿਚਾਰਾਂ ਕਰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਖੀਸੇ ਵਿੱਚੋਂ ਇੱਕ ਉਸ ਵੇਲੇ ਦਾ ਸਿੱਕਾ ਰਜਤ ਪਨ ਉਹਨਾਂ ਬਾਬਾ ਬੁੱਢਾ ਸਾਹਿਬ ਜੀ ਨੇ ਕੱਢਿਆ, ਕੱਢ ਕੇ ਗੁਰੂ ਨਾਨਕ ਦੇਵ ਜੀ ਦੇ ਸੱਜੇ ਹੱਥ ਤੇ ਰੱਖ ਦਿੱਤਾ ਤੇ ਕਹਿੰਦੇ ਨੇ ਬਾਬਾ ਸ੍ਰੀ ਚੰਦ ਨੂੰ, ਬਾਬਾ ਸ੍ਰੀ ਚੰਦ ਜੀ ਦੱਸੋ ਗੁਰੂ ਨਾਨਕ ਦੇ ਹੱਥ ਤੇ ਕੀ ਆ? ਉਹ ਕਹਿੰਦਾ ਦੇਖੋ ਸਾਡਾ ਪਿਤਾ ਤੇ ਬਜ਼ੁਰਗ ਹੋ ਗਿਆ, ਬਾਬਾ ਬੁੱਢਾ ਜੀ ਤੁਸੀਂ ਕੈਸੀਆਂ ਗੱਲਾਂ ਕਰਦੇ ਪਏ ਹੋ? ਗੁਰੂ ਨਾਨਕ ਦੇ ਹੱਥ ਦੇ ਉੱਤੇ, ਪਿਤਾ ਜੀ ਦੇ ਹੱਥ ਤੇ ਤੁਸੀਂ ਸਿੱਕਾ ਰੱਖਿਆ, 1 ਰੁਪਈਆ ਰੱਖਿਆ, ਇਹਨਾਂ ਹੋਰ ਕੀ ਹੈ ਇਹਨਾਂ ਦੇ ਹੱਥ ਤੇ? ਉਹਨਾਂ ਨੇ ਸਿੱਕਾ ਚੁੱਕਿਆ, ਬਾਬਾ ਬੁੱਢਾ ਜੀ ਨੇ ਖੱਬੇ ਹੱਥ ਤੇ ਰੱਖ ਦਿੱਤਾ। ਹੁਣ ਪੁੱਤਰ ਲਖਮੀ ਦਾਸ ਨੂੰ ਆਖਦੇ ਬਾਬਾ ਲਖਮੀ ਦਾਸ ਜੀ ਗੁਰੂ ਨਾਨਕ ਦੇ ਹੱਥ ਤੇ ਕੀ? ਤੇ ਬਾਬਾ ਲਖਮੀ ਦਾਸ ਕਹਿੰਦੇ ਸਾਡੇ ਪਿਤਾ ਦੇ ਹੱਥ ਤੇ ਪਹਿਲੋਂ ਸੱਜੇ ਤੇ ਸਿੱਕਾ ਸੀ, ਤੁਸੀਂ ਚੁੱਕ ਕੇ ਖੱਬੇ ਤੇ ਰੱਖ ਦਿੱਤਾ, ਹੋਰ ਕੀ ਹੋਇਆ? ਸਿਰਫ ਉਹਦਾ ਪਾਸਾ ਹੀ ਬਦਲਿਆ, ਪਹਿਲੋਂ ਸਿੱਧੇ ਪਾਸੇ ਸੀ ਤੇ ਹੁਣ ਪੁੱਠੇ ਪਾਸੇ। ਬਾਬਾ ਬੁੱਢਾ ਸਾਹਿਬ ਜੀ ਭਾਈ ਲਹਿਣੇ ਨੂੰ ਆਵਾਜ਼ ਦੇ ਕੇ ਆਖਦੇ ਨੇ, ਭਾਈ ਲਹਿਣਾ ਜੀ ਤੁਸੀਂ ਦੱਸੋ ਗੁਰੂ ਨਾਨਕ ਦੇ ਹੱਥ ਤੇ ਕੀ ਆ? ਗਲ ਦੇ ਵਿੱਚ ਪਾਇਆ ਪੱਲਾ, ਹੱਥ ਜੋੜੇ, ਅੱਖਾਂ ਦੇ ਵਿੱਚ ਜਲ ਉਤਰ ਆਇਆ, ਹੱਥ ਜੋੜ ਕੇ ਆਖਦੇ ਕਹਿੰਦੇ ਮੈਂ ਗੁਰੂ ਨਾਨਕ ਦੇ ਘਰ ਦਾ ਨੌਕਰ, ਮੈਂ ਗੁਰੂ ਨਾਨਕ ਦੇ ਘਰ ਦਾ ਸੇਵਕ, ਮੇਰੀ ਕੀ ਔਕਾਤ ਹੈ ਕਿ ਮੈਂ ਦੱਸ ਸਕਾਂ ਗੁਰੂ ਨਾਨਕ ਦੇ ਘਰ ਦੇ ਹੱਥ ਦੇ ਵਿੱਚ ਕੀ ਆ? ਮੈਨੂੰ ਪੁੱਛੋ ਤੇ ਮੈਂ ਇਹ ਕਵਾਂਗਾ ਕਿ ਗੁਰੂ ਨਾਨਕ ਦੇ ਹੱਥ ਵਿੱਚ ਬਖਸ਼ਿਸ਼ਾਂ ਨੇ, ਜਾਂ ਕੇ ਬਸੀਸ ਧਰਿਓ ਗੁਰ ਹੱਥ। ਗੁਰੂ ਨਾਨਕ ਦੇਵ ਮਹਾਰਾਜ ਜਿੰਦੇ ਸੀਸ ਤੇ ਹੱਥ ਰੱਖ ਦਿੰਦੇ ਆ, ਉਹਦੇ ਜਨਮ ਤੇ ਮਰਨ ਕੱਟੇ ਜਾਂਦੇ ਆ। ਗੁਰੂ ਨਾਨਕ ਦੇ ਹੱਥ ਵਿੱਚ ਬਖਸ਼ਿਸ਼ਾਂ ਨੇ, ਜਿੰਦੇ ਕੋਲ ਦਮੜੀ ਪੱਲੇ ਨਹੀਂ ਪੈਂਦੀ, ਗੁਰੂ ਨਾਨਕ ਕਿਰਪਾ ਕਰ ਦੇਣ ਤੇ ਉਹ ਸ਼ਾਹਾਂ ਦਾ ਸ਼ਾਹ ਬਣ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਆਖਿਆ, ਫਿਰ ਕਹਿਣ ਲੱਗੇ ਦੇਖੋ ਤੁਸੀਂ ਕਹਿੰਦੇ ਸੀ ਹੁਕਮ ਮੰਨਣਾ, ਇਹ ਬਾਲਕ ਨੇ, ਇਹਨਾਂ ਨੇ ਕੇਵਲ ਪਿਤਾ ਹੀ ਜਾਣਿਆ ਹੈ, ਪਰ ਇਹਨਾਂ ਨੇ ਪਿਤਾ ਨਹੀਂ ਪਾਰ ਬ੍ਰਹਮ ਕਰਕੇ ਜਾਣਿਆ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਮਹੱਲਾ ਦੂਜਾ ਸ਼ਲੋਕ ਦੂਸਰਾ ਹੈ, ਜਾਂ ਸੁਖ ਤਾਂ ਸ਼ਹੁਰਾਵਿਓ ਦੁੱਖ ਪੀ ਸੰਭਾਲਿਓ। ਹੁਣ ਰੱਬ ਨੂੰ ਮਿਲਣ ਦਾ ਤਰੀਕਾ ਕੀ? ਕਹਿੰਦੇ ਨੇ ਜਾਂ ਸੁਖ ਤਾਂ ਸ਼ਹੁਰਾਵਿਓ। ਸ਼ੌ ਦੇ ਅਰਥ ਹੈ ਮਾਲਿਕ ਪਤੀ ਪਰਮਾਤਮਾ। ਕਹਿੰਦੇ ਜਦੋਂ ਸੁਖ ਆਵੇ ਉਦੋਂ ਭੱਜ ਕੇ ਆ ਕੇ ਗੁਰੂ ਕੋਲ ਆਇਆ ਕਰੋ, ਗੁਰੂ ਦੇ ਚਰਨ ਫੜਿਆ ਕਰੋ, ਮਹਾਰਾਜ ਤੂੰ ਸੁਖ ਦਿੱਤਾ ਹੈ। ਤੇ ਜੇਕਰ ਦੁੱਖ ਪੀ ਸੰਭਾਲਿਓ, ਜੇ ਦੁੱਖ ਆਵੇ ਤੇ ਡੋਲਿਆ ਨਾ ਕਰੋ, ਤਾਂ ਵੀ ਗੁਰੂ ਦੇ ਚਰਨ ਫੜੋ, ਮਹਾਰਾਜ ਦੁੱਖ ਆਇਆ ਤੇ ਕੱਟਣਾ ਵੀ ਤੁਸੀਂ ਹੈ। ਸੁਖ ਆਇਆ ਇਹ ਤੇਰਾ ਦਿੱਤਾ ਹੈ, ਸੁਖ ਤੇਰਾ ਦਿੱਤਾ ਲਹੀਏ, ਤੇ ਜੇ ਦੁੱਖ ਆਵੇ ਤੇ ਕਹੋ ਮਹਾਰਾਜ ਦੁੱਖ ਨੂੰ ਕੱਟਣਾ ਵੀ ਤੁਸੀਂ ਹੈ। ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਭੈਣੇ ਐਵੇਂ ਰੱਬ ਪਤੀ ਮਿਲਦਾ ਹੈ। ਇਹ ਪਤੀ ਪਰਮਾਤਮਾ ਗੁਰੂ ਨਾਨਕ ਨੂੰ ਮਿਲਣ ਵਾਸਤੇ ਆਖਦੇ ਨੇ। ਭਾਈ ਲਹਿਣਾ ਜਿਵੇਂ ਇੱਕ ਸਹੇਲੀ ਦੂਸਰੀ ਸਹੇਲੀ ਨੂੰ ਪੁੱਛਦੀ ਹੈ ਕਿ ਦੱਸੋ ਪਤੀ ਨੂੰ ਕਿਵੇਂ ਮਿਲੀਦਾ ਏ, ਰੱਬ ਨੂੰ ਕਿਵੇਂ ਮਿਲੀਦਾ ਏ, ਤੇ ਜਿਹੜੀ ਮਿਲੀ ਹੋਈ ਸਹੇਲੀ ਉਹ ਆਖਦੀ ਆ ਜਦੋਂ ਸੁੱਖ ਆਵੇ ਤੇ ਕਈ ਮਾਲਕਾ ਤੂੰ ਦਿੱਤਾ, ਤੇ ਜੇ ਦੁੱਖ ਆਏ ਤੇ ਗਿਲਾ ਕਰਕੇ ਨਾਰਾਜ਼ ਨਾ ਹੋਈ, ਉਦੋਂ ਵੀ ਕਵੇਂ ਕਿ ਤੇਰਾ ਦਿੱਤਾ ਸੁੱਖ ਹੈ, ਦੁੱਖ ਨੂੰ ਕੱਟਣ ਵਾਲਾ ਵੀ ਤੂੰ ਏ। ਇਉਂ ਕੰਤ ਮਿਲਾਵਾ ਹੋਏ, ਇਵੇਂ ਪਤੀ ਨੂੰ ਮਿਲੀਦਾ ਹੈ। ਅੱਗੇ ਹੈ ਪੌੜੀ। ਪੌੜੀ ਜਿਹੜੀ ਹੈ ਉਹ ਗੁਰੂ ਅਮਰਦਾਸ ਦੀ ਉਚਾਰਨ ਕੀਤੀ ਹੈ। ਹਉ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ,
ਕਿ ਹੇ ਪ੍ਰਮਾਤਮਾ ਤੂੰ ਇੰਨਾ ਕੁ ਬੇਅੰਤ ਆ, ਅਸੀਂ ਛੋਟੇ ਜਿਹੇ ਉਹਦੇ ਤੁੱਲ ਬਰਾਬਰ ਕੀੜੇ ਆ, ਅਸੀਂ ਤੇਰੀ ਇੰਨੀ ਵੱਡੀ ਵਡਿਆਈ ਨੂੰ ਕਿਵੇਂ ਆਖ ਸਕਦੇ ਆ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਤੂੰ ਅਗੰਮ ਦਿਆਲ ਅਗੰਮ ਹੈ, ਆਪ ਲਹਿ ਮਿਲਾਈ। ਹੇ ਪ੍ਰਮਾਤਮਾ ਤੂੰ ਬੇਅੰਤ ਹੈ, ਤੂੰ ਸਾਡੀ ਪਹੁੰਚ ਤੋਂ ਪਰੇ ਹੈ। ਅਸੀਂ ਨਾ ਇਹਨਾਂ ਅੱਖਾਂ ਨਾਲ ਤੈਨੂੰ ਪੂਰੀ ਤਰ੍ਹਾਂ ਦੇਖ ਸਕਦੇ ਆ, ਨਾ ਕੰਨਾਂ ਨਾਲ ਪੂਰੀ ਤਰ੍ਹਾਂ ਸੁਣ ਸਕਦੇ ਆ, ਨਾ ਜੀਭਾਂ ਨਾਲ ਪੂਰੀ ਤਰ੍ਹਾਂ ਬੋਲ ਸਕਦੇ ਆ। ਤੇਰਾ ਸੁਭਾਅ ਹੈ, ਤੂੰ ਦਿਆਲਤਾ ਕਰਦਾ ਏ, ਤੂੰ ਦਇਆ ਜੀਵਾਂ ਤੇ ਕਰਦਾ ਹੈ। ਦਇਆ ਕਰਨੰਗ ਦੁੱਖ ਹਰਨੰਗ ਉਚਰਨੰਗ ਨਾਮ ਕੀਰਤਨੇ। ਮਹਾਰਾਜ ਇਹ ਤੇਰੀ ਦਇਆ ਹੈ। ਆਪ ਲਹਿ ਮਿਲਾਈ, ਤੂੰ ਆਪ ਹੀ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਆਪਣੇ ਨਾਲ ਮਿਲਾ ਲੈਣਾ ਹੈ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਿਖਾਈ। ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਕਿ ਤੇਰੇ ਤੋਂ ਬਗੈਰ ਮੇਰਾ ਆਸਰਾ, ਮੇਰਾ ਯਾਰ, ਮੇਰਾ ਬੇਲੀ, ਮੇਰਾ ਸਖਾ ਮਿੱਤਰ ਹੋਰ ਕੋਈ ਨਹੀਂ ਹੈ। ਇੱਕ ਤੂੰ ਹੀ ਹੈ ਜਿਹੜਾ ਅੰਤ ਸਮੇਂ ਵੀ ਸਹਾਇਤਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਆਖਦੇ ਨੇ ਕਿ ਢੂੰਡ ਸੰਤ ਸੱਜਣ ਪੱਕੀਆਂ, ਨਾਨਕ ਕਚੜਿਆਂ ਸਿਓ ਤੋੜ, ਢੂੰਡ ਸੰਤ ਸੱਜਣ ਪੱਕੀਆਂ। ਓਏ ਜਿਵਿੰਦੇ ਵਿਛੜੇ ਉਹਨਾਂ ਮੋਇਆ ਨਾ ਜਾਈ ਛੋੜ। ਉਹ ਮਿੱਤਰ ਬਣਾ ਜਿਹੜੇ ਮਰਨ ਤੋਂ ਬਾਅਦ ਵਿੱਚ ਵੀ ਸਾਥ ਨਹੀਂ ਛੱਡਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਿਖਾਈ। ਅੰਤ ਸਮੇਂ ਵੀ ਤੂੰ ਸਹਾਇਤਾ ਕਰਨ ਵਾਲਾ। ਤੇਰੇ ਤੋਂ ਵਧੀਆ, ਤੇਰੇ ਤੋਂ ਚੰਗਾ ਮੇਰਾ ਹੋਰ ਕੋਈ ਮਿੱਤਰ ਹੋ ਹੀ ਨਹੀਂ ਸਕਦਾ। ਜੋ ਤੇਰੀ ਸ਼ਰਨਾਗਤੀ ਤਿਨ ਲਹਿ ਛਡਾਈ। ਹੁਣ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਫਿਰ ਉਹਨਾਂ ਨੂੰ ਤੂੰ ਦੁੱਖਾਂ ਦੀ ਫਾਹੀ ਤੋਂ ਛਡਾ ਦੇਣਾ ਹੈ। ਉਹਨਾਂ ਨੂੰ ਤੂੰ ਜਨਮ ਤੇ ਮਰਨ ਦੇ ਗੇੜ ਤੋਂ ਛਡਾ ਦੇਣਾ ਹੈ। ਜਿਹੜਾ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ, ਉਹਨਾਂ ਨੂੰ ਜਮਾਂ ਦੀ ਫਾਹੀ ਤੋਂ ਮੁਕਤ ਕਰਾ ਦੇਣਾ ਹੈ। ਨਾਨਕ ਵੇ ਪਰਵਾਹ ਹੈ, ਤਿਸ ਤਿਲ ਨਾ ਤਮਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇੱਥੇ ਆਖਦੇ ਨੇ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਬੇਪਰਵਾਹ ਹੈ। ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹਨੂੰ ਕਿਸੇ ਦਾ ਨਹੀਂ ਆ ਬੀਓ ਪੂਛਣਾ ਮਸਲਤ ਧਰੇ। ਉਹ ਕਿਸੇ ਨੂੰ ਪੁੱਛ ਕੇ ਨਹੀਂ ਕਰਦਾ, ਨਾ ਹੀ ਉਹ ਕਿਸੇ ਦੇ ਅਧੀਨ ਹੈ। ਤਿਸ ਤਿਲ ਨਾ ਤਮਾਈ। ਤੇ ਜਦੋਂ ਉਹ ਦਾਤਾਂ ਦਿੰਦਾ ਹੈ, ਉਹਨੂੰ ਤਮਾ ਮਾੜਾ ਜਿੰਨਾ ਵੀ ਨਹੀਂ ਆ। ਉਹ ਲਾਲਚ ਨਹੀਂ ਕਰਦਾ। ਅਸੀਂ ਕਿਸੇ ਨੂੰ ਕੁਝ ਦਵਾਂਗੇ ਤੇ ਲਾਲਚ ਕਰਕੇ ਦਵਾਂਗੇ ਕਿ ਮੈਂ ਦਿੱਤਾ ਤੇ ਦੇ ਮੰਗੇ ਸਹਸਾ ਗੁਨਾ, ਸੋਭ ਕਰੇ ਸੰਸਾਰ। ਪਰ ਪਰਮਾਤਮਾ ਕੋਈ ਲਾਲਚ ਨਹੀਂ ਕਰਦਾ। ਉਹ ਤੇ ਉਹਨਾਂ ਨੂੰ ਵੀ ਦੇ ਰਿਹਾ ਜਿਹੜੇ ਨਾ ਸ਼ੁਕਰੇ ਨੇ। ਉਹ ਤੇ ਉਹਨਾਂ ਨੂੰ ਵੀ ਦੇ ਰਿਹਾ ਜਿਨ੍ਹਾਂ ਦੇ ਜੀਵਨ ਪਾਪ ਕਰਮ ਵਿੱਚ ਭਿੱਜੇ ਪਏ ਨੇ। ਉਹ ਉਹਨਾਂ ਨੂੰ ਵੀ ਦੇ ਰਿਹਾ ਜਿਹੜੇ ਕਹਿੰਦੇ ਆ ਕਿ ਪਰਮਾਤਮਾ ਹੈ ਕੋਈ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੂੰ ਬੇਪਰਵਾਹ ਹੈ, ਤੂੰ ਕਿਸੇ ਦੀ ਪਰਵਾਹ ਨਹੀਂ ਕਰਦਾ, ਨਾ ਹੀ ਤੈਨੂੰ ਕਿਸੇ ਕਿਸਮ ਦਾ ਕੋਈ ਲੋਭ ਲਾਲਚ, ਤੈਨੂੰ ਕੋਈ ਤਮਾ ਨਹੀਂ ਹੈ। ਇਹ ਅੱਜ ਦੇ ਜਿਹੜੇ ਪਾਵਨ ਬਚਨ ਸਨ, ਸਤਿਗੁਰੂ ਮਹਾਰਾਜ ਜੀ ਨੇ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ। ਤੇ ਮਹਾਰਾਜ ਨੇ ਇੱਕੋ ਹੀ ਗੱਲ ਇਸ ਵਿੱਚ ਜਿਹੜੀ ਸਪਸ਼ਟ ਤੌਰ ਤੇ ਆਖੀ ਕਿ ਜੇਕਰ ਆਸਰਾ ਤੱਕਣਾ ਹੈ ਤੇ ਗੁਰੂ ਦਾ ਤੱਕੋ, ਜਿਹੜਾ ਹਰ ਥਾਂ ਤੇ ਸਹਾਈ ਹੁੰਦਾ ਹੈ। ਜਿਹੜਾ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਦਾ ਅੰਗ ਸੰਗੇ ਅਪੰਗੰਗ ਵਿਭੂਤੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਰਹਿਮਤ ਕਰਨ ਕਿ ਸਾਡੇ ਮਨ ਦੇ ਵਿੱਚ ਐ ਬਿਲਕੁਲ ਪੱਕਾ ਭਰੋਸਾ ਹੋ ਜਾਏ, ਜਰਾ ਜਿੰਨਾ ਵੀ ਅਸੀਂ ਡੋਲੀਏ ਨਾ, ਗੁਰੂ ਦੀ ਕਿਰਪਾ ਬਖਸ਼ਿਸ਼ ਸਾਨੂੰ ਪ੍ਰਾਪਤੀ ਹੋਵੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਕੁਝ ਦਿਨ ਸਤਿਗੁਰੂ ਮਹਾਰਾਜ ਜੀ ਨੇ ਸਮਾਂ ਬਖਸ਼ਿਆ ਸੀ। ਸਤਿਕਾਰਯੋਗ ਭਾਈ ਜਰਨੈਲ ਸਿੰਘ ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਕਰਾਏ, ਬੇਬੇ ਨਾਨਕੀ ਜੀ ਜਿਨ੍ਹਾਂ ਦਾ ਇਹ ਪਾਵਨ ਅਸਥਾਨ ਹੈ, ਸੁਲਤਾਨਪੁਰ ਲੋਧੀ ਵੀ ਦਾਸ ਨੇ ਜਿਹੜਾ ਅਸਥਾਨ ਇੱਥੋਂ ਮਾਤਾ ਬਲਵੰਤ ਕੌਰ ਜੀ ਉਹਨਾਂ ਨੇ ਬਣਾਇਆ ਬੇਬੇ ਨਾਨਕੀ ਜੀ ਦੀ ਯਾਦ ਵਿੱਚ, ਦਾਸ ਨੇ ਉੱਥੇ ਵੀ ਦਰਸ਼ਨ ਕੀਤੇ। ਉੱਥੇ ਵੀ ਮਹਾਰਾਜ ਜੀ ਨੇ ਸੇਵਾ ਕਥਾ ਦੀ ਲਈ। ਇੱਥੇ ਵੀ ਫਿਰ ਸਤਿਗੁਰੂ ਮਹਾਰਾਜ ਜੀ ਦੇ ਧੰਨ ਨੇ ਬੇਬੇ ਨਾਨਕੀ। ਅਰਦਾਸ ਇਹ ਕਰਿਆ ਕਰੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰੋ ਸਾਨੂੰ ਬੇਬੇ ਨਾਨਕੀ ਵਾਂਗੂ ਸਿੱਖੀ ਕਮਾਉਣੀ ਆ ਜੇ। ਉਹਨਾਂ ਨੇ ਭਰਾ ਨਹੀਂ ਸੀ ਕਦੀ ਸਮਝਿਆ, ਹੱਥ ਪੈਰੀ ਹੱਥ ਲਾਉਣ ਲੱਗੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਰਾਵਾਂ ਦੇ ਪੈਰੀ ਭੈਣਾਂ ਕਿਉਂ ਹੱਥ ਲਾਉਣ? ਕਹਿੰਦੇ ਮੈਂ ਭਰਾ ਕਰਕੇ ਨਹੀਂ ਜਾਣਦੀ, ਮੈਂ ਤੈਨੂੰ ਰੱਬ ਕਰਕੇ ਜਾਣਦੀ, ਤਾਂ ਤੇਰੇ ਪੈਰਾਂ ਵਿੱਚ ਝੁਕਦੀ ਪਈ ਆ। ਪਰ ਸਤਿਗੁਰੂ ਮਹਾਰਾਜ ਨੇ ਝੁਕਣ ਨਹੀਂ ਦਿੱਤਾ, ਕਿਹਾ ਨਹੀਂ ਸਿਰ ਤੇ ਹੱਥ ਰੱਖੋ, ਅਸੀਸ ਮੈਨੂੰ ਦਿਓ। ਗੁਰੂ ਨਾਨਕ ਦਾ ਜਿੰਨੀ ਵਾਰੀ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਨਾ, ਉਹਦੇ ਪਿੱਛੇ ਬੇਬੇ ਨਾਨਕੀ ਦਾ ਪਿਆਰ ਛੁਪਿਆ ਹੈ।